ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਲ ਆਫ ਯੂ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਸਟੱਡੀ ਗਰੁੱਪ ਦੇ ਇਸ ਚੈਨਲ ਤੇ, ਜਿਹਦੇ ਵਿੱਚ ਤੁਹਾਨੂੰ ਹਰ ਪ੍ਰਕਾਰ ਦੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਵਾਈ ਜਾ ਰਹੀ ਹੈ। ਸੋ ਮੇਰਾ ਨਾਮ ਜਸਦੀਪ ਸਿੰਘ, ਜੋ ਮੈਂ ਤੁਹਾਡੇ ਸਾਹਮਣੇ ਅੱਜ ਲੈ ਕੇ ਆਇਆ ਹਾਂ ਬਲੱਡ ਰਿਲੇਸ਼ਨ ਪਾਰਟ ਨੰਬਰ 2। ਚਲੋ ਜੀ, ਆਕਾਸ਼ਦੀਪ ਜੀ ਗੁੱਡ ਇਵਨਿੰਗ, ਜਸਵੀਰ ਸਿੰਘ ਸਤਿ ਸ਼੍ਰੀ ਅਕਾਲ, ਪਰਵਿੰਦਰ ਸਤਿ ਸ਼੍ਰੀ ਅਕਾਲ ਜੀ, ਗੁਰਨੂਰ, ਸੰਦੀਪ, ਸਮਨਦੀਪ, ਕੋਮਲ, ਪਰਵਿੰਦਰ, ਇੰਦਰਜੀਤ ਸੰਧਾਵਾ, ਜਸਵੀਰ ਸਿੰਘ, ਦੀਪ ਗਗਨ, ਤਰੁਣ, ਜੋਬਨ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਟਾਫਟ ਸਾਰੇ ਜਣੇ ਲਾਈਵ ਆ ਜਾਓ ਵੀ, ਆਪਾਂ ਕਲਾਸ ਨੂੰ ਸਟਾਰਟ ਕਰੀਏ। ਹਾਂਜੀ ਪੁਨੀਤ ਸ਼ਰਮਾ ਜੀ ਗੁੱਡ ਇਵਨਿੰਗ। ਫਟਾਫਟ ਵੀ ਸਾਰੇ ਜਣੇ ਲਾਈਵ ਆ ਜਾਓ ਵੀ, ਜਿਹੜਾ ਕਿ ਆਪਾਂ ਕਲਾਸ ਨੂੰ 8:05 ਤੇ ਸਟਾਰਟ ਕਰ ਦਈਏ। ਹਾਂਜੀ ਬੱਚਿਓ, फटाफट सारे जने लाइव आ जाओ भी। थोड़ा बहुत कल वाला रिपीट करांगे और फिर आप अज स्टैप नंबर 1 ते बहुत सारे क्वेश्चन करांगे, फिर स्टैप नंबर 2 भी करांगे, ठीक है ना। ब्लड रिलेशन दे विच उवें कोई स्टैप नहीं हुंदा, जिहड़ा कल मैं दस्सिया सी वो सब तो मेन चीज़ है बस। उस तो बाद क्वेश्चन का जिहड़ा लैवल है वो बदलता है। हाँ जी हरदीप सिंह जी सत श्री अकाल। चलो बच्चों स्टार्ट करते हैं आप अज का सैशन। तुहानूं कल भी दस्सिया सीगा, अज फिर रिपीट कर रहा मैं। एक फैमिली होएगी, उस फैमिली दे विच कई प्रकार दे अपने कोले की होणगे, पीढ़ियां होणगियां, जिन्हां नूं आपां जनरेशन कह दिंदे आ। की कह दिंदे आ? जनरेशन। सो एक बारी रिपीट कर रहे हैं। जनरेशन दे विच मैं कल दस्सिया सीगा, पहली कंडीशन किहदी हुंदी है? फर्स्ट कंडीशन मेरी, इत्थे मैं हुन्ना। फिर उस तो उपर कौन हुंदा है? मेरे माता पिता। कौन हुंदे है? माता पिता। फिर उस तो उपर कौन हुंदे है? मेरे दादा दादी। एंड दैन चौथी पीढ़ी दे विच कौन हुंदा है? चौथी पीढ़ी दे विच हुंदा है अपने पड़दादा पड़दादी। ये गल मैं तुहानूं सारिआं नूं दस्सी सीगी कल। फिर मैं कहा सी जिथे मैं हुन्ना उत्थे कौन हुंदे है? मेरे ब्रदर एंड सिस्टर। जिथे मेरे माँ प्यो हुंदे ने उत्थे भी उन्हां दे की हुंदे ने? ब्रदर सिस्टर। जिथे दादा दादी नाना नानी हुंदे ने उत्थे उन्हां दे ब्रदर सिस्टर। जिथे पड़दादा पड़दादी हुंदे ने या पड़नाना पड़नानी हुंदे ने उत्थे उन्हां दे ब्रदर सिस्टर। ये गल भी आपां कल कीती सी। हाँ जी रणजीत सिंह जी गुड इवनिंग। फिर मैं तुहानूं दस्सिया सीगा कि ये डब्बा जिहड़ा है ये आपां किहदे वास्ते बनाउने आ? मेल दे वास्ते। आ चीज़ किहदे वास्ते बनाउने आ? फीमेल वास्ते। आ चीज़ हसबैंड एंड वाइफ वास्ते। आ चीज़ ब्रदर एंड सिस्टर वास्ते बराबर। और दोनों तरफ एरो का निशान होवे तो वो आपां नूं पता है एक पीढ़ी तो दूजी पीढ़ी वाल जाण वास्ते, जिन्हों आपां कह दिंदे आ रिलेशन। की कह दिंदे आपां? रिलेशन। सो कल आपां इन्नियां चीज़ां सिक्खियां सीगियां। फिर उस तो बाद बेसिक दे विच आपां गल कीती सीगी पीढ़ी दी। मैं तुहानूं कहा सीगा कि जेकर कोई आ एक बंदा है, इस बंदे दी आ की हुई? जनानी, घर वाली हुई। किवें हुई घर वाली? क्योंकि आपां नूं पता लग गया
ਕਿ ਇਹਨਾਂ ਦੋਨਾਂ ਦੇ ਵਿੱਚ ਕੀ ਸੰਬੰਧ ਹੈ, ਪਤੀ ਪਤਨੀ ਦਾ। ਕਿਉਂਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਆਹ ਜਿਹੜੀ ਚੀਜ਼ ਦੇਖੋ, ਆਹ ਇੱਕ ਧਿਆਨ ਨਾਲ ਦੇਖੋ, ਸਿੰਗਲ ਲਾਈਨ ਦਾ ਮਤਲਬ ਕੀ ਹੁੰਦਾ ਹੈ, ਹਸਬੈਂਡ ਔਰ ਵਾਈਫ। ਇਹ ਗੱਲ ਮੈਂ ਕੱਲ ਦੱਸੀ ਸੀ। ਫਿਰ ਉਸ ਤੋਂ ਬਾਅਦ ਆਪਾਂ ਆਹ ਚੀਜ਼ ਕੀਤੀ ਸੀਗੀ, ਆਹ ਇਹਦਾ ਕੀ ਹੋਇਆ, ਭਰਾ ਹੋਇਆ, ਕਿਉਂਕਿ ਬਰਾਬਰ ਲਾਈਨ ਦਾ ਮਤਲਬ ਕੀ ਹੋਇਆ, ਭਰਾ ਭੈਣ। ਇੱਧਰ ਵੀ ਮੈਂ ਇਹਦਾ ਕੀ ਬਣਾਤੀ, ਭੈਣ ਬਣਾਤੀ। ਇੰਨੀ ਗੱਲ ਕੱਲ ਦੱਸੀ ਸੀ ਨਾ। ਫਿਰ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇਸ ਬੰਦੇ ਦੀ ਇਹ ਘਰ ਵਾਲੀ ਹੈ, ਤਾਂ ਆਹ ਜਿਹੜੀ ਘਰ ਵਾਲੀ ਹੈ, ਇਸ ਘਰ ਵਾਲੀ ਦਾ ਭਰਾ ਜਿਹੜਾ ਹੈ ਉਹ ਇਸ ਬੰਦੇ ਦਾ ਕੀ ਲੱਗੇਗਾ, ਸਾਲਾ ਲੱਗੇਗਾ। ਇਸ ਤਰੀਕੇ ਨਾਲ ਆਪਾਂ ਕੱਲ ਕੰਡਕਟ ਕੀਤੀ ਸੀ ਸਾਰੀ ਚੀਜ਼ਾਂ। ਇੱਥੋਂ ਤੱਕ ਸਾਰਿਆਂ ਨੂੰ ਕਲੀਅਰ ਹੈ ਨਾ? ਬਹੁਤ ਵਧੀਆ ਅਮਨਦੀਪ ਸਿੰਘ, ਥੈਂਕ ਯੂ। ਇੱਥੋਂ ਤੱਕ ਦੱਸੋ ਸਾਰਿਆਂ ਦਾ ਕਲੀਅਰ ਹੈ ਨਾ, ਤਾਂ ਕਿ ਆਪਾਂ ਟਾਈਮ ਨਾ ਖਰਾਬ ਕਰੀਏ। ਇੱਥੋਂ ਤੱਕ ਆਪਾਂ ਜਿੰਨੇ ਵੀ ਕੁਐਸਚਨਸ ਕੀਤੇ ਸੀ ਕੱਲ, ਸਾਰੇ ਕਲੀਅਰ ਨੇ ਨਾ? ਜੋਬਨ ਕੰਬੋਜ, ਯੈਸ, ਓਕੇ, ਬਹੁਤ ਵਧੀਆ, ਸਾਰਿਆਂ ਦਾ ਕਲੀਅਰ ਹੈ, ਬਹੁਤ ਹੀ ਵਧੀਆ। ਬਿਲਕੁਲ, ਜਿਹੜੇ ਪਾਰਟ ਨੰਬਰ 2 ਤੇ ਡਾਇਰੈਕਟ ਪਹੁੰਚੇ ਨੇ ਉਹ ਪਹਿਲਾਂ ਪਾਰਟ ਨੰਬਰ 1 ਪੂਰਾ ਪੜ੍ਹ ਕੇ ਆਓ, ਫਿਰ ਗੱਲ ਬਣੇਗੀ। ਚਲੋ ਜੀ, ਇਹ ਵੀ ਆਪਾਂ ਗੱਲ ਕਰ ਲਈ ਸੀ ਸਾਰੀ ਦੀ ਸਾਰੀ, ਇਹਨੂੰ ਵੀ ਦੱਸਣ ਦੀ ਲੋੜ ਨਹੀਂ ਹੈ, ਇਹ ਵੀ ਸਾਰੀ ਆਪਣੀ ਫੈਮਿਲੀ ਹੈ। ਹਾਂਜੀ, ਇਹ ਕੁਐਸਚਨ ਜਿਹੜਾ ਕਿ ਤੁਹਾਨੂੰ ਕੱਲ ਮੈਂ ਘਰੋਂ ਕਰਨ ਵਾਸਤੇ ਦਿੱਤਾ ਸੀਗਾ, ਤਾਂ ਜਿਹੜੇ ਸਟੂਡੈਂਟ ਅੱਜ ਆਏ ਨੇ ਉਹ ਸਾਰੇ ਜਣੇ ਧਿਆਨ ਨਾਲ ਦੇਖਿਓ ਕੀ ਆਨਸਰ ਆਏਗਾ ਇਸ ਕੁਐਸਚਨ ਦਾ। ਉੱਤਰ ਨਾ ਬੋਲਿਓ ਕੋਈ ਵੀ, ਪਹਿਲਾਂ ਮੈਨੂੰ ਕਰਾਉਣ ਦਿਓ। ਕਿਊ ਦਾ ਪਿਤਾ ਹੈ ਬੀ। ਮੈਂ ਤੁਹਾਨੂੰ ਕਿਹਾ ਸੀਗਾ ਤੁਸੀਂ ਕੀ ਬਣਾਓਗੇ, ਇਸ ਤਰੀਕੇ ਨਾਲ, ਆ ਲਿਖਿਆ ਕਿਊ ਤੇ ਕਿਊ ਦਾ ਪਿਤਾ ਕੀ ਹੈ, ਬੀ। ਆ ਲਓ ਜੀ, ਕਿਊ ਦਾ ਪਿਤਾ ਕੀ ਹੈ, ਬੀ। ਇਜ਼ ਦੈਟ ਕਲੀਅਰ? ਮੈਂ ਤੁਹਾਨੂੰ ਕਿਹਾ ਸੀ ਇਹ ਪਹਿਲੀ ਪੀੜ੍ਹੀ ਮੇਰੀ, ਦੂਜੀ ਪੀੜ੍ਹੀ ਮੇਰੇ ਮਾਤਾ ਪਿਤਾ, ਤੀਜੀ ਪੀੜ੍ਹੀ ਮੇਰੇ ਦਾਦਾ ਦਾਦੀ, ਚੌਥੀ ਪੀੜ੍ਹੀ ਮੇਰੇ ਪੜਦਾਦਾ ਪੜਦਾਦੀ। ਇਹੀ ਕੰਡੀਸ਼ਨ ਦੱਸੀ ਸੀਗੀ ਮੈਂ, ਯੈਸ ਔਰ ਨੋ? ਬਿਲਕੁਲ, ਇਹੀ ਕੰਡੀਸ਼ਨ ਮੈਂ ਦੱਸੀ ਸੀ ਸਾਰਿਆਂ ਨੂੰ, ਦੱਸੀ ਸੀ ਨਾ। ਹੁਣ ਦੇਖੋ ਸਾਰੇ ਜਣੇ, ਤੇ ਇਹਨੇ ਕੀ ਕਿਹਾ ਆਪਾਂ ਨੂੰ, ਇਹਨੇ ਕਿਹਾ ਕਿਊ ਦਾ ਪਿਤਾ ਹੈ ਬੀ। ਤੇ ਦੇਖੋ ਜਿਹੜਾ ਆ ਕਿਊ ਹੈ ਇਹਦਾ ਪਿਤਾ ਬੀ ਉੱਪਰ ਹੀ ਆਏਗਾ ਨਾ। ਫਿਰ ਕਿਹਾ ਬੀ ਦੇ ਸਿਰਫ 2 ਬੱਚੇ ਹਨ। ਹੁਣ ਬੀ ਦੇ 2 ਬੱਚੇ ਹਨ, ਇਹਦਾ ਮਤਲਬ ਇੱਕ ਬੱਚਾ ਤਾਂ ਆ ਹੈ, ਇੱਕ ਬੱਚਾ ਹੋਰ ਹੋ ਸਕਦਾ ਹੈ। ਹੁਣ ਉਹ ਨਹੀਂ ਪਤਾ ਕਿ ਉਹ ਕੁੜੀ ਹੈ ਜਾਂ ਮੁੰਡਾ ਹੈ, ਬਟ 2 ਬੱਚੇ ਨੇ, ਠੀਕ ਹੈ ਜੀ। ਉਹ ਭੈਣ ਭਰਾ ਹੋਣਗੇ ਜਾਂ ਭਰਾ ਭਰਾ ਹੋਣਗੇ ਜਾਂ ਫਿਰ ਭੈਣਾਂ ਭੈਣਾਂ ਹੋਣਗੀਆਂ। ਅੱਗੇ ਚੱਲੋ, ਕਿਊ ਆਰ ਦਾ ਭਰਾ ਹੈ। ਇਹਨੇ ਸਾਫ਼-ਸਾਫ਼ ਕਹਿਤਾ ਕਿ ਕਿਊ ਕਿਹਦਾ ਭਰਾ ਹੈ, ਆਰ ਦਾ ਭਰਾ ਹੈ। ਇਹਦਾ ਮਤਲਬ ਇਹ ਮੁੰਡਾ ਹੈ, ਯਾਨੀ ਬੀ ਦੇ ਸਿਰਫ 2 ਬੱਚੇ ਹਨ। ਤੇ ਆ ਲਓ ਜੀ, 2 ਬੱਚੇ ਕਲੀਅਰ ਹੋ ਗਏ, ਕਿਉਂਕਿ ਕਿਊ ਆਰ ਦਾ ਭਰਾ ਸੀ ਅਤੇ ਆਰ ਪੀ ਦੀ ਧੀ ਹੈ। ਆਰ ਕਿਹਦੀ ਧੀ ਹੈ, ਆਰ ਧੀ ਹੈ ਮਤਲਬ ਕੁੜੀ ਹੋਈ। ਆਰ ਧੀ ਹੈ ਕਿਹਦੀ, ਪੀ ਦੀ। ਮਤਲਬ ਅਗਰ ਇਹ ਦੋਨੋਂ ਭੈਣ ਭਰਾ ਹੋਏ, ਇਹਦਾ ਮਤਲਬ ਇਹਦੀ ਘਰ ਵਾਲੀ ਦਾ ਨਾਮ ਕੀ ਹੈ, ਪੀ। ਉਹੀ ਕਿਹਾ ਨਾ ਉਹਨੇ, ਆਰ ਪੀ ਦੀ ਧੀ ਹੈ। ਆ ਲਓ ਜੀ, ਤੇ ਜੇ ਇਹ ਮੁੰਡਾ ਹੈ ਤੇ ਇਹ ਦੀ ਕੀ ਹੋਏਗੀ, ਘਰ ਵਾਲੀ। ਇਹ ਗੱਲ ਧਿਆਨ ਰੱਖਣਾ, ਕਿਤੇ ਵੀ ਆਹ ਚੀਜ਼ ਲਿਖੀ ਹੋਵੇ ਏ ਬੀ ਦਾ ਭਰਾ ਹੈ, ਆ ਲਿਖਿਆ ਹੋਵੇ, ਤਾਂ ਤੁਸੀਂ ਇਹ ਕਹੋਗੇ ਕਿ ਏ ਜਿਹੜਾ ਹੈ ਉਹ ਬੀ ਦਾ ਭਰਾ ਹੈ। ਮਤਲਬ ਆ ਚੀਜ਼, ਬੀ ਕੌਣ ਹੈ, ਇਹ ਕਦੀ ਨਹੀਂ ਤੁਸੀਂ ਕਹਿ ਸਕਦੇ ਕਿ ਉਹ ਕੁੜੀ ਹੈ ਕਿ ਮੁੰਡਾ ਹੈ, ਕਿਉਂਕਿ ਭਰਾ ਬੋਲਿਆ ਉਹਨੇ। ਲੇਕਿਨ ਜੇ ਆਹ ਚੀਜ਼ ਲਿਖੀ ਹੋਵੇ ਏ ਬੀ ਦੀ ਪਤਨੀ ਹੈ, ਜੇ ਏ ਬੀ ਦੀ ਪਤਨੀ ਹੈ ਤਾਂ ਤੁਸੀਂ ਐਂ ਬੋਲੋਗੇ ਏ ਬੀ ਦੀ ਪਤਨੀ, ਮਤਲਬ ਕੁੜੀ ਹੋਈ। ਜੇ ਏ ਬੀ ਦੀ ਪਤਨੀ ਹੈ ਤੇ ਬੀ ਕੀ ਹੋਇਆ, ਉਹਦਾ ਘਰ ਵਾਲਾ। ਕਿਉਂਕਿ ਇੱਥੇ ਆਪਾਂ ਦੱਸ ਸਕਦੇ ਹਾਂ ਕਿ ਏ ਬੀ ਦੀ ਪਤਨੀ ਹੈ ਤੇ ਏ ਉਹਦਾ ਕੀ ਹੋਏਗਾ, ਏ ਬੀ ਦੀ ਪਤਨੀ ਹੈ ਤੇ ਬੀ ਉਹਦਾ ਕੀ ਹੋਏਗਾ, ਘਰ ਵਾਲਾ ਹੋਏਗਾ। ਇੱਥੋਂ ਤੱਕ ਵੀ ਸਾਰਿਆਂ ਨੂੰ ਕਲੀਅਰ ਹੋ ਗਿਆ? ਜਿਹੜੀ ਗੱਲ ਮੈਂ ਦੱਸੀ ਕਲੀਅਰ ਹੋ ਗਈ ਨਾ, ਕਿ ਭੈਣ ਭਰਾ ਵਾਲੇ ਰਿਲੇਸ਼ਨ ਦੇ ਵਿੱਚ ਇਹ ਕਦੀ ਨਹੀਂ ਕਹਿ ਸਕਦੇ ਕਿ ਉਹ ਮੁੰਡਾ ਹੈ ਤੇ ਉਹ ਕੁੜੀ ਹੈ। ਬਟ ਪਤੀ ਪਤਨੀ ਵਾਲੇ ਵਿੱਚ ਜੇ ਆਪਾਂ ਨੂੰ ਇੱਕ ਦੇ ਬਾਰੇ ਪਤਾ ਹੈ ਤਾਂ ਦੂਜੇ ਬਾਰੇ ਆਪਾਂ ਆਰਾਮ ਨਾਲ ਕਹਿ ਸਕਦੇ ਹਾਂ। ਠੀਕ ਹੈ ਜੀ, ਚਲੋ ਜੀ, ਨੈਕਸਟ ਕੰਡੀਸ਼ਨ ਆਪਾਂ ਨੂੰ ਫਿਰ ਕਰ ਲੈਂਦੇ ਹਾਂ। ਕਿਊ ਦਾ ਪਿਤਾ ਕੌਣ ਹੈ, ਬੀ। ਬੀ ਦੇ ਸਿਰਫ 2 ਬੱਚੇ ਹਨ। ਕਿਊ ਆਰ ਦਾ ਭਰਾ ਹੈ, ਆਰ ਪੀ ਦੀ ਧੀ ਹੈ।
ठीक है जी। ए पी दी पोती है, ए पी दी पोती है मतलब ਜਾਂ ਤਾਂ ਇਹਦੀ ਬੇਟੀ ਹੋਏਗੀ ਜਾਂ ਇਹਦੀ ਬੇਟੀ ਹੋਏਗੀ। ਤਾਂ ਆਪਾਂ ਨੂੰ ਪਤਾ ਨਹੀਂ ਵੀ ਇਹ ਇੰਨਾ ਪਤਾ ਹੈ ਪੀ ਦੀ ਪੋਤੀ ਹੈ, ਇੰਨਾ ਆਪਾਂ ਨੂੰ ਪਤਾ ਹੈ। ਪੀ ਦੀ ਪੋਤੀ ਹੋਈ ਤਾਂ ਆਪਾਂ ਇਹੀ ਗੱਲ ਮੰਨ ਲੈਂਦੇ ਹਾਂ ਵੀ ਕਿਉਂ ਦੀ, ਕਿਉਂਕਿ ਪੋਤੀ ਜਿਹੜਾ ਵਰਡ ਹੈ ਉਹ ਆਪਾਂ ਇਹੀ ਗੱਲ ਮੰਨਦੇ ਹਾਂ ਪਾਪਾ ਵੱਲੋਂ ਆਉਂਦਾ ਹੈ ਨਾ, ਮੰਮੀ ਵੱਲੋਂ ਤਾਂ ਆਪਾਂ ਨੂੰ ਪਤਾ ਹੀ ਹੈ ਦੋਇਤੀ ਤੇ ਦੋਇਤਾ ਆਏਗਾ, ਇਸ ਕਰਕੇ ਆਪਾਂ ਇਹਦੀ ਹੀ ਬੇਟਾ ਮੰਨਦੇ ਹਾਂ, ਇਹਦੀ ਹੀ ਬੇਟੀ ਮੰਨਦੇ ਹਾਂ। ਕੀ ਆ ਲਓ ਜੀ, ਏ ਪੀ ਦੀ ਪੋਤੀ ਹੈ। ਨੈਕਸਟ, ਏ ਪੀ ਦੀ ਪੋਤੀ ਹੈ, ਐਸ ਏ ਦਾ ਪਿਤਾ ਹੈ। ਐਸ ਕਿਹਦਾ ਪਿਤਾ ਹੈ? ਏ ਦਾ। ਹੁਣ ਦੇਖੋ ਇੱਥੇ ਪੰਗਾ ਪੈ ਗਿਆ, ਐਸ ਏ ਦਾ ਪਿਤਾ ਹੈ ਤਾਂ ਆਪਾਂ ਨੂੰ ਪਤਾ ਹੈ ਕਿ ਆਪਣਾ ਪਿਤਾ ਤਾਂ ਆਪਾਂ ਕਿਉਂ ਮੰਨਿਆ ਹੀ ਹੈ। ਆਪਾਂ ਕਿਹਨੂੰ ਮੰਨਿਆ? ਕਿਉਂ ਨੂੰ ਮੰਨਿਆ। ਇਹਦਾ ਮਤਲਬ ਇਹ ਹੋਇਆ ਕਿ ਇਹ ਇੱਥੇ ਨਹੀਂ ਆਏਗਾ। ਹੁਣ ਆਪਾਂ ਕਿਹਨੂੰ ਮੰਨਾਂਗੇ ਪੋਤੀ, ਉਹ ਦੇਖੋ ਤੁਸੀਂ ਸਾਰੇ ਜਣੇ। ਇੰਨੀ ਗੱਲ ਸਮਝ ਆ ਗਈ ਸਾਰਿਆਂ ਨੂੰ? ਪਹਿਲਾਂ ਮੈਨੂੰ ਦੱਸੋ ਸਾਰੇ ਜਣੇ, ਇੰਨੀ ਗੱਲ ਸਮਝ ਆ ਗਈ ਨਾ ਸਾਰਿਆਂ ਨੂੰ ਕਿ ਜੇ ਆਪਾਂ, ਉਹਨੇ ਕਿਹਾ ਸੀ ਏ ਪੀ ਦੀ ਪੋਤੀ ਹੈ, ਇੱਥੇ ਕਿਹਾ ਸੀ ਆਰ ਪੀ ਦੀ ਧੀ ਹੈ, ਤਾਂ ਆਰ ਪੀ ਦੀ ਧੀ ਹੋ ਗਈ ਸੀ। ਫਿਰ ਉਹਨੇ ਕਿਹਾ ਸੀ ਏ ਪੀ ਦੀ ਪੋਤੀ ਹੈ, ਤੇ ਜਦੋਂ ਆਪਾਂ ਇੱਥੇ ਏ ਨੂੰ ਰੱਖਿਆ ਤਾਂ ਆਪਾਂ ਨੂੰ ਪਤਾ ਸੀ ਵੀ ਪਾਪਾ ਵੱਲੋਂ ਹੀ ਪੋਤੀ ਬਣੇਗੀ। ਜਦੋਂ ਮੈਂ ਪੋਤੀ ਬਣਾਇਆ ਤਾਂ ਲੇਕਿਨ ਕੰਡੀਸ਼ਨ ਅੱਗੇ ਬੋਲਤੀ ਕਿ ਐਸ ਏ ਦਾ ਪਿਤਾ ਹੈ। ਐਸ ਕੀ ਹੈ? ਏ ਦਾ ਪਿਤਾ ਹੈ। ਤਾਂ ਆਪਾਂ ਹੁਣ ਨਹੀਂ ਕਹਿ ਸਕਦੇ ਕਿ ਇਹਦਾ ਪਿਤਾ ਤਾਂ ਨਹੀਂ ਹੋ ਸਕਦਾ ਇਹ, ਹੈ ਨਾ। ਐਸ ਇਹਦਾ ਮਤਲਬ ਇਹ ਹੈ ਕਿ ਏ ਇਹਦੀ ਬੇਟੀ ਹੋਏਗੀ। ਆ ਲਓ ਜੀ, ਠੀਕ ਹੈ ਜੀ। ਤੇ ਏ ਪੀ ਦੀ ਪੋਤੀ ਹੈ। ਆ ਲਓ ਜੀ ਨੈਕਸਟ, ਕਿਉਂਕਿ ਇੱਥੇ ਪੋਤੀ ਜ਼ਰੂਰ ਲਿਖਿਆ ਲੇਕਿਨ ਇੰਗਲਿਸ਼ ਦੇ ਵਿੱਚ ਆਪਾਂ ਨੂੰ ਪਤਾ ਹੈ ਗ੍ਰੈਂਡ ਡਾਟਰ। ਗ੍ਰੈਂਡ ਡਾਟਰ ਨੂੰ ਦੋਵਾਂ ਨਾਮਾਂ ਤੋਂ ਜਾਣਿਆ ਜਾਂਦਾ ਹੈ। ਕਿਹਦੇ ਨਾਮ ਤੋਂ? ਪੋਤੀ ਅਤੇ ਕੀ? ਦੋਇਤੀ। ਕੀ ਕਿਹਾ ਜਾਂਦਾ ਹੈ? ਦੋਇਤੀ। ਕਲੀਅਰ ਹੈ ਨਾ, ਇਹ ਗੱਲ ਧਿਆਨ ਰੱਖਣਾ। ਕਲੀਅਰ ਹੈ ਨਾ ਇਹ ਗੱਲ, ਕਿਉਂਕਿ ਮੈਨੂੰ ਪਤਾ ਹੈ ਕਈ ਬੱਚੇ ਕੀ ਸੀ, ਪੰਜਾਬੀ ਪੜ੍ਹ ਰਹੇ ਸੀ, ਉਹਨਾਂ ਨੇ ਸਿਰਫ ਕੀ ਦੇਖਿਆ ਕਿ ਪੋਤੀ ਮਤਲਬ ਕਿਉਂ ਦੀ ਬੇਟੀ ਹੋਏਗੀ। ਕਿਉਂ ਦੀ ਬੇਟੀ ਆ ਲੈ, ਕੁਐਸਚਨ ਹੀ ਗਲਤ ਹੈ ਜੀ। ਕਿਉਂ ਸਰ? ਐਸ ਤਾਂ ਇਹਦਾ ਪਿਤਾ ਹੋ ਹੀ ਨਹੀਂ ਸਕਦਾ। ਇਸ ਕਰਕੇ ਧਿਆਨ ਰੱਖਣਾ, ਜੇ ਇਹਦੀ ਬੇਟੀ ਨਹੀਂ ਹੋ ਸਕਦੀ ਤੇ ਇਹਦੇ ਭੈਣ ਦੀ ਬੇਟੀ ਤਾਂ ਹੋ ਹੀ ਸਕਦੀ ਹੈ ਨਾ, ਉਹਨੂੰ ਵੀ ਤਾਂ ਇੱਕ ਹੀ ਕਹੇਗੀ ਤੇ ਦੋਇਤੀ, ਲੇਕਿਨ ਅਕੋਰਡਿੰਗ ਟੂ ਦੇਖਿਆ ਜਾਵੇ ਇੰਗਲਿਸ਼ ਤਾਂ ਇੱਕ ਹੀ ਗੱਲ ਹੁੰਦੀ ਹੈ। ਕਲੀਅਰ? ਇਸ ਕਰਕੇ ਏ ਦੀ ਬੇਟੀ ਹੋਗੀ। ਹੁਣ ਚੱਲੋ, ਐਸ ਏ ਦਾ ਪਿਤਾ ਹੈ। ਐਸ ਜਿਹੜਾ ਹੈ ਉਹ ਏ ਦਾ ਪਿਤਾ ਹੈ, ਮਤਲਬ ਇਹਦਾ ਘਰ ਵਾਲਾ ਹੈ। ਆ ਲਓ ਜੀ, ਕਲੀਅਰ? ਐਸ ਏ ਦਾ ਪਿਤਾ ਹੈ। ਇੰਨੀ ਚੀਜ਼ ਦੱਸੋ ਸਾਰਿਆਂ ਨੂੰ ਸਮਝ ਆ ਗਈ ਕਿ ਨਹੀਂ ਆਈ? ਇੰਨੀ ਚੀਜ਼ ਸਾਰਿਆਂ ਨੂੰ ਸਮਝ ਆ ਗਈ? ਬਹੁਤ ਵਧੀਆ। ਹੁਣ ਉਹਨੇ ਅੱਗੇ ਕੀ ਪੁੱਛਿਆ? ਉਹਨੇ ਆਪਾਂ ਨੂੰ ਪੁੱਛਿਆ ਕਿ ਐਸ ਦਾ ਕਿਉਂ ਨਾਲ ਕੀ ਸੰਬੰਧ ਹੈ। ਤੇ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਇੱਕ ਗੱਲ ਕਿ ਜਿਹਦੇ ਨਾਲ ਕੀ ਲੱਗਿਆ ਹੋਵੇ, ਆਹ ਵਾਲਾ ਵਰਡ ਲੱਗਿਆ ਹੋਵੇ ਨਾਲ, ਇਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਇਸ ਬੰਦੇ ਨੂੰ ਕੀ ਕਹੇਗਾ, ਹੈ ਨਾ। ਉਲਟਾ ਹੁੰਦਾ ਹੈ ਕਿ ਕਿਉਂ ਐਸ ਨੂੰ ਕੀ ਕਹੇਗਾ। ਹੁਣ ਦੇਖੋ, ਕਿਉਂ ਜਿਹੜਾ ਹੈ ਉਹ ਇਹਨੂੰ ਤਾਂ ਕਹੇਗਾ ਭੈਣ, ਔਰ ਆਪਾਂ ਨੂੰ ਪਤਾ ਹੈ ਕਿ ਇਹ ਭੈਣ ਦਾ ਕੀ ਹੈ? ਘਰ ਵਾਲਾ। ਤੇ ਭੈਣ ਦੇ ਘਰ ਵਾਲੇ ਨੂੰ ਕਿਉਂ ਕੀ ਕਹੇਗਾ? ਜੀਜਾ ਕਹੇਗਾ ਕਿ ਨਹੀਂ ਕਹੇਗਾ? ਤਾਂ ਆਪਣਾ ਆਨਸਰ ਕੀ ਆ ਜਾਏਗਾ? ਜੀਜਾ ਜੀ। ਕੀ ਆ ਜਾਣਗੇ? ਜੀਜਾ ਜੀ, ਹੈ ਨਾ। ਜੀਜਾ ਜੀ ਆ ਜਾਣਗੇ। ਜਾਂ ਆਪਾਂ ਕਹਿ ਸਕਦੇ ਹਾਂ ਕਿ ਬ੍ਰਦਰ ਇਨ ਲੋ। ਦੱਸਿਆ ਸੀ ਨਾ ਕੱਲ ਮੈਂ ਕਿ ਸਾਲੇ ਨੂੰ ਵੀ ਬ੍ਰਦਰ ਇਨ ਲੋ ਕਿਹਾ ਜਾਂਦਾ ਹੈ ਤੇ ਇਹਨੂੰ ਵੀ ਕੀ ਕਿਹਾ ਜਾਂਦਾ ਹੈ? ਬ੍ਰਦਰ ਇਨ ਲੋ। ਜੀਜੇ ਨੂੰ ਵੀ ਬ੍ਰਦਰ ਇਨ ਲੋ ਕਿਹਾ ਜਾਂਦਾ ਹੈ। ਤਾਂ ਹੁਣ ਦੱਸੋ, ਇਹ ਡਾਇਗਰਾਮ ਕਾਮਯਾਬ ਚੀਜ਼ ਹੈ ਜਾਂ ਨਹੀਂ? ਦੱਸੋ ਵੀ, ਇਹ ਜਿਹੜਾ ਡਾਇਗਰਾਮ ਹੈ ਇਹ ਕਾਮਯਾਬ ਚੀਜ਼ ਹੈ ਜਾਂ ਨਹੀਂ? ਬਹੁਤ ਵਧੀਆ ਜਸਵੀਰ, ਇਹ ਡਾਇਗਰਾਮ ਕਾਮਯਾਬ ਹੈ ਨਾ, ਕਿਉਂਕਿ ਤੁਸੀਂ ਜਿਵੇਂ ਹੀ ਡਾਇਗਰਾਮ ਬਣਾ ਲਓਗੇ ਨਾ, ਇਹ ਸਮਝ ਲਓ ਕਿ ਤੁਹਾਡਾ 90% ਕੁਐਸਚਨ ਹੱਲ ਹੋ ਗਿਆ ਜੇ ਡਾਇਗਰਾਮ ਬਣ ਗਿਆ। ਔਰ ਜੇ ਡਾਇਗਰਾਮ ਨਹੀਂ ਬਣਿਆ ਤਾਂ ਫਿਰ ਤੁਹਾਡਾ ਕੁਐਸਚਨ ਹੱਲ ਨਹੀਂ ਹੋਇਆ, ਫਿਰ ਤੁਸੀਂ ਸੋਚਣਾ ਪਏਗਾ ਤੁਹਾਨੂੰ। ਔਰ ਆਹ ਚੀਜ਼ ਯਾਦ ਰੱਖਿਓ ਕਿ ਜਿਹਦੇ ਨਾਲ ਵਰਡ ਲੱਗ ਜਾਏ ਉਸ ਵਿਅਕਤੀ ਦੂਜੇ ਵਿਅਕਤੀ ਨੂੰ ਕੀ ਕਹੇਗਾ। ਕਾਮਯਾਬ ਹੈ। ਬਹੁਤ ਵਧੀਆ।
ਹਾਂਜੀ, ਦੂਜਾ ਕੁਐਸਚਨ ਤੁਹਾਨੂੰ ਮੈਂ ਇਹ ਦਿੱਤਾ ਸੀਗਾ। ਦੂਜੇ ਕੁਐਸਚਨ ਦਾ ਡਾਇਗਰਾਮ ਬਣਾਉਣੇ ਆ ਆਪਾਂ ਸਾਰੇ ਜਣੇ ਮਿਲ ਕੇ। ਅਭਿਸ਼ੇਕ ਅਮਿਤਾਭ ਦੇ, ਦੇਖੋ ਵੀ ਅਭਿਸ਼ੇਕ ਅਮਿਤਾਭ ਦੇ, ਆਪਾਂ ਲਿਖਦੇ ਹਾਂ ਇੱਥੇ ਸਭ ਤੋਂ ਪਹਿਲਾਂ ਅਮਿਤਾਭ। ਆ ਲਓ ਜੀ, ਹਾਲਾਂਕਿ ਪੂਰਾ ਲਿਖਣ ਦੀ ਲੋੜ ਨਹੀਂ, ਹੁਣ ਮੈਂ ਇਹਨੂੰ ਮੁੰਡਾ ਸਮਝ ਲੈਣਾ। ਹਾਲਾਂਕਿ ਮੈਨੂੰ ਪਤਾ ਹੈ ਕਿ ਅਮਿਤਾਭ ਨਾਮ ਇੱਕ ਮੁੰਡੇ ਦਾ ਹੁੰਦਾ ਹੈ, ਲੇਕਿਨ ਕਦੀ ਵੀ ਐਵੇਂ ਸੋਚਣਾ ਨਹੀਂ ਤੁਸੀਂ। ਮੈਂ ਹਾਲਾਂਕਿ ਇਹ ਮੁੰਡਾ ਬਣਾ ਦਿੱਤਾ, ਬਟ ਜਦੋਂ ਤੱਕ ਉਹ ਤੁਹਾਨੂੰ ਨਹੀਂ ਕਹਿੰਦਾ ਨਾ ਕਿ ਇਹ ਮੁੰਡਾ ਹੈ, ਉਦੋਂ ਤੱਕ ਮੁੰਡਾ ਨਹੀਂ ਮੰਨਣਾ। ਕਦੀ ਕਦੀ ਅਭਿਸ਼ੇਕ ਵੀ ਕੁੜੀ ਹੋ ਜਾਂਦਾ ਹੈ, ਤੇ ਕਦੀ ਕਦੀ ਅਮਿਤਾਭ ਵੀ ਮੁੰਡਾ ਦੀ ਥਾਂ ਤੇ ਕੁੜੀ ਹੋ ਜਾਂਦਾ ਹੈ। ਇਹ ਗੱਲ ਧਿਆਨ ਰੱਖਣਾ। ਜਿਵੇਂ ਉਹਨੇ ਕਿਹਾ ਨਾ ਏ ਬੀ ਦਾ ਪਿਤਾ ਹੈ, ਆਪਾਂ ਕਵਾਂਗੇ ਏ ਬੀ ਦਾ ਪਿਤਾ ਹੈ, ਤੇ ਇਹ ਨਹੀਂ ਪਤਾ ਕਿ ਬੀ ਕੌਣ ਹੈ, ਬੀ ਉਹਦੀ ਧੀ ਹੈ ਜਾਂ ਪੁੱਤਰ ਹੈ। ਠੀਕ ਹੈ ਨਾ, ਇਹ ਗੱਲ ਧਿਆਨ ਰੱਖਣਾ। ਚਲੋ ਵੀ, ਹਰਦੀਪ ਸਿੰਘ, ਤੁਹਾਡੀ ਗੱਲ ਮੈਨੂੰ ਸਮਝ ਨਹੀਂ ਆਈ। ਗੁੱਡ ਗੁਰਨੂਰ ਸਿੰਘ। ਹਰਦੀਪ ਸਿੰਘ, ਤੁਹਾਡੀ ਗੱਲ ਮੈਨੂੰ ਸਮਝ ਨਹੀਂ ਆਈ ਬਈ। ਪਹਿਲਾਂ ਡਾਇਗਰਾਮ ਬਣਾਓ, ਬਾਅਦ ਵਿੱਚ ਜੋ ਕੁਐਸਚਨ ਪੁੱਛਿਆ ਉਹਨੇ ਉਹਦਾ ਜਵਾਬ ਦਿਓ। ਉਹ ਜਿੱਥੋਂ ਮਰਜ਼ੀ ਚੱਕੋ ਤੁਸੀਂ ਬਸ ਸਿਰਫ ਦੋ ਗੱਲਾਂ ਧਿਆਨ ਰੱਖਣੀਆਂ ਹੈ। ਉਹਨੇ ਐਸ ਦਾ ਕਿਊ ਦੇ ਨਾਲ ਰਿਲੇਸ਼ਨ ਪੁੱਛਿਆ, ਤੁਸੀਂ ਸਿਰਫ ਐਸ ਔਰ ਕਿਊ ਨੂੰ ਹੀ ਦੇਖੋਗੇ ਕਿ ਐਸ ਕਿਊ ਦਾ ਕੀ ਲੱਗਦਾ ਹੈ ਔਰ ਕਿਊ ਐਸ ਦਾ ਕੀ ਲੱਗਦਾ ਹੈ। ਕਲੀਅਰ? ਦੇਖੋ ਇੱਧਰ, ਅਭਿਸ਼ੇਕ ਅਮਿਤਾਭ ਦੇ ਪਿਤਾ, ਤੇ ਅਮਿਤਾਭ ਦੇ ਪਿਤਾ, ਆ ਲਓ ਜੀ, ਆਪਾਂ ਅਮਿਤਾਭ ਦੇ ਪਿਤਾ ਬਣਾਉਣੇ ਆ ਪਹਿਲਾਂ ਤਾਂ। ਆ ਲਓ, ਨੈਕਸਟ, ਅਭਿਸ਼ੇਕ ਜਿਹੜਾ ਹੈ ਨਾ ਉਹ ਅਮਿਤਾਭ ਦੇ ਪਿਤਾ ਦੀ ਭੈਣ, ਆ ਲਓ ਜੀ, ਦੀ ਭੈਣ ਦਾ ਬੇਟਾ ਹੈ। ਆ ਲਓ ਜੀ, ਕਿੰਨਾ ਸੌਖਾ ਹੋ ਗਿਆ ਦੇਖੋ। ਹੋ ਗਿਆ ਨਾ ਸੌਖਾ, ਕਿੰਨਾ ਸੌਖਾ ਹੋ ਗਿਆ। ਡਾਇਗਰਾਮ ਬਣਾਓ, ਆंसर ਆਏਗਾ 100%। ਉਹਨੇ ਕੀ ਕਿਹਾ, ਜਿਹੜਾ ਅਭਿਸ਼ੇਕ ਹੈ ਉਹ ਅਮਿਤਾਭ ਦੇ ਪਿਤਾ ਦੀ ਭੈਣ ਦਾ ਬੇਟਾ ਹੈ। ਬੇਟਾ ਹੈ ਤਾਂ ਮਤਲਬ ਮੁੰਡਾ ਹੋ ਗਿਆ। ਅੱਗੇ ਚੱਲੋ, ਪ੍ਰਕਾਸ਼ ਤੇਜੀ ਦਾ ਪੁੱਤਰ ਹੈ। ਇੱਥੇ ਨਾ ਤਾਂ ਕਿਤੇ ਪ੍ਰਕਾਸ਼ ਹੈ ਤੇ ਨਾ ਕਿਤੇ ਤੇਜੀ ਹੈ, ਮੁੰਡਾ ਛੱਡ ਦੋ। ਅੱਗੇ ਚੱਲੋ, ਅੱਗੇ ਕੀ ਕਹਿੰਦਾ ਹੈ, ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੈਂ ਰੀਜਨਿੰਗ ਦੇ ਵਿੱਚ ਸਟਾਰਟਿੰਗ ਤੋਂ ਕਹਿ ਰਿਹਾ ਕਿ ਜਿੱਥੇ ਵੀ ਜੋ ਵਰਡ ਆਵੇ, ਉਹ ਜੋ ਵਰਡ ਕਿਹਦੇ ਵਾਸਤੇ ਆਉਂਦਾ ਹੈ, ਉਹ ਜਿਹੜਾ ਜੋ ਵਰਡ ਹੈ ਉਹ ਕਿਹਦੇ ਵਾਸਤੇ ਆਉਂਦਾ ਹੈ, ਦੂਜੇ ਬੰਦੇ ਵਾਸਤੇ। ਕਿਹਦੇ ਵਾਸਤੇ ਆਉਂਦਾ ਹੈ, ਦੂਜੇ ਬੰਦੇ। ਤੇਜੀ ਵਾਸਤੇ ਆ ਰਿਹਾ ਹੈ, ਕਿਹਦੇ ਵਾਸਤੇ ਆ ਰਿਹਾ ਹੈ, ਤੇਜੀ ਵਾਸਤੇ। ਇਹ ਤੇਜੀ ਕਿਸੇ ਬੰਦੇ ਦਾ ਨਾਂ ਹੈ। ਤੇਜੀ ਵਿਕਾਸ ਦੀ ਮਾਂ ਹੈ। ਹੁਣ ਇੱਥੇ ਪਤਾ ਲੱਗ ਗਿਆ ਕਿ ਤੇਜੀ ਕੁੜੀ ਹੈ, ਤੇਜੀ ਵਿਕਾਸ ਦੀ ਮਾਂ ਹੈ, ਤਾਂ ਆਪਣੇ ਕੋਲ ਇੱਥੇ ਕਿਤੇ ਵਿਕਾਸ ਵੀ ਹੈ ਨਹੀਂ। ਅੱਗੇ ਚਲੋ, ਅਤੇ ਅਮਿਤਾਭ ਦੀ ਦਾਦੀ ਹੈ, ਯਾਨੀ ਜਿਹੜੀ ਤੇਜੀ ਹੈ ਨਾ ਉਹ ਵਿਕਾਸ ਦੀ ਤਾਂ ਮਾਂ ਹੈ ਅਤੇ ਅਮਿਤਾਭ ਦੀ ਦਾਦੀ ਹੈ। ਕਲੀਅਰ ਹੋ ਗਈ ਗੱਲ? ਜਿਹੜੀ ਤੇਜੀ ਹੈ ਉਹ ਵਿਕਾਸ ਦੀ ਮਾਂ ਹੈ ਅਤੇ ਅਮਿਤਾਭ ਦੀ ਦਾਦੀ। ਅਮਿਤਾਭ ਦੀ ਦਾਦੀ ਬਣਾਉਣ ਵਾਸਤੇ ਆਪਾਂ ਉੱਪਰ ਜਾਵਾਂਗੇ। ਆ ਲਓ ਜੀ, ਅਮਿਤਾਭ ਦੀ ਦਾਦੀ, ਇਹ ਕੌਣ ਹੋ ਗਈ, ਤੇਜੀ। ਕਲੀਅਰ? ਅੱਗੇ ਚੱਲੋ। ਹੁਣ ਉਹਨੇ ਕੀ ਕਿਹਾ ਸੀਗਾ, ਪ੍ਰਕਾਸ਼ ਤੇਜੀ ਦਾ ਪੁੱਤਰ ਹੈ। ਪ੍ਰਕਾਸ਼ ਤੇਜੀ ਦਾ ਪੁੱਤਰ ਹੈ, ਤਾਂ ਆਪਾਂ ਨੂੰ ਪਤਾ ਹੈ ਸਰ ਪ੍ਰਕਾਸ਼ ਇਹ ਵੀ ਹੋ ਸਕਦਾ ਹੈ, ਔਰ ਇਹਦਾ ਇੱਕ ਭਰਾ ਜੇ ਹੋਰ ਹੋਇਆ ਤੇ ਉਹ ਵੀ ਪ੍ਰਕਾਸ਼ ਹੋ ਸਕਦਾ ਹੈ। ਯੈਸ ਔਰ ਨੋ? ਇਸ ਕਰਕੇ ਮੈਂ ਇੱਕ ਵਾਰੀ ਇੱਥੇ ਲਿਖਦਾ। ਜੇ ਉਹਨੇ ਕਹਿ ਦਿੱਤਾ ਕਿ ਤੇਜੀ ਦੇ ਦੋ ਹੀ ਬੱਚੇ ਨੇ, ਫਿਰ ਆਪਾਂ ਕਹਾਂਗੇ ਇੱਥੇ ਹੀ ਆਏਗਾ। ਅੱਗੇ ਚੱਲੋ, ਕਿਉਂਕਿ ਆਪਾਂ ਨੂੰ ਕਿਹਾ ਨਹੀਂ ਨਾ ਕਿ ਤੇਜੀ ਦਾ ਏਕਮਾਤਰ ਇਕਲੌਤਾ ਪੁੱਤਰ ਪ੍ਰਕਾਸ਼ ਹੈ, ਐਵੇਂ ਤੇ ਨਹੀਂ ਕਿਹਾ ਨਾ। ਚਲੋ ਜੀ, ਪ੍ਰਕਾਸ਼ ਤੇਜੀ ਦਾ ਪੁੱਤਰ ਹੋ ਗਿਆ। ਫਿਰ ਅੱਗੇ ਕੀ ਕਿਹਾ, ਪ੍ਰਕਾਸ਼ ਤੇਜੀ ਦਾ ਪੁੱਤਰ ਹੈ, ਔਰ ਫਿਰ ਕਿਹਾ ਕਿ ਤੇਜੀ ਵਿਕਾਸ ਦੀ ਮਾਂ ਹੈ। ਹੁਣ ਦੇਖੋ, ਤੇਜੀ ਵਿਕਾਸ ਦੀ ਮਾਂ ਹੈ ਤੇ ਹੋ ਸਕਦਾ ਹੈ ਕਿ ਪ੍ਰਕਾਸ਼ ਇਹ ਹੋਵੇ ਤੇ ਵਿਕਾਸ ਆ ਹੋਵੇ, ਔਰ ਹੋ ਸਕਦਾ ਹੈ ਇੱਕ ਹੋਰ ਬੰਦਾ ਹੋਵੇ ਵਿਕਾਸ ਇਹਨਾਂ ਦਾ ਭਰਾ। ਆ ਲਓ ਜੀ, ਮੈਂ ਅੱਡ ਹੀ ਬਣਾਉਣਾ ਇਹਨੂੰ ਵੀ। ਨੈਕਸਟ, ਜਿਹੜੀ ਚੀਜ਼ ਕਨਫਰਮ ਨਹੀਂ ਉਹਨੂੰ ਅੱਡ ਬਣਾਓ ਬਸ। ਅੱਗੇ ਚੱਲੋ, ਪ੍ਰਕਾਸ਼ ਤੇਜੀ ਦਾ ਪੁੱਤਰ ਹੈ, ਜੋ ਕਿਹਦੇ ਵਾਸਤੇ ਆਇਆ, ਤੇਜੀ ਵਾਸਤੇ ਆਇਆ। ਤੇਜੀ ਵਿਕਾਸ ਦੀ ਮਾਂ ਹੈ,
ਤੇਜੀ ਵਿਕਾਸ ਦੀ ਵੀ ਮਾਂ ਹੋਗੀ। ਅੱਗੇ ਚੱਲੋ। ਅਤੇ ਅਮਿਤਾਭ ਦੀ ਦਾਦੀ ਹੈ। ਆ ਲਓ ਜੀ, ਇੰਨੀ ਚੀਜ਼ ਕਲੀਅਰ ਹੋ ਗਈ। ਹੁਣ ਉਹਨੇ ਕਿਹਾ ਕੌਣ? ਹਰੀਵੰਸ਼। ਹਰੀਵੰਸ਼ ਨੀਲਾ ਦਾ ਪਿਤਾ ਹੈ। ਹਰੀਵੰਸ਼ ਜਿਹੜਾ ਹੈ ਉਹ ਨੀਲਾ ਦਾ ਪਿਤਾ ਹੈ। ਆਪਾਂ ਨੂੰ ਪਤਾ ਹੈ ਇੱਥੇ ਕਿਤੇ ਵੀ ਹਰੀਵੰਸ਼ ਹੈ ਨਹੀਂ। ਠੀਕ ਹੈ ਜੀ। ਅੱਗੇ ਅਤੇ ਕਿਹਦੇ ਵਾਸਤੇ ਆਏਗਾ? ਹਰੀਵੰਸ਼ ਵਾਸਤੇ ਆਏਗਾ। ਪਤਾ ਹੈ ਨਾ, ਪਹਿਲੇ ਵਾਲੇ ਵਾਸਤੇ। ਅਤੇ ਅਭਿਸ਼ੇਕ ਦਾ ਦਾਦਾ ਹੈ, ਯਾਨੀ ਜਿਹੜਾ ਹਰਿਵੰਸ਼ ਹੈ ਉਹ ਅਭਿਸ਼ੇਕ ਦਾ ਦਾਦਾ ਹੈ। ਹੁਣ ਅਭਿਸ਼ੇਕ ਦਾ ਦਾਦਾ ਹੈ ਤਾਂ ਆਪਾਂ ਨੂੰ ਪਤਾ ਹੈ ਅਭਿਸ਼ੇਕ ਦਾ ਦਾਦਾ ਮਤਲਬ ਇਹਦਾ ਘਰ ਵਾਲਾ। ਪਹਿਲਾਂ ਤਾਂ ਕਲੀਅਰ, ਘਰ ਵਾਲੇ ਦਾ ਕੌਣ? ਪਿਓ। ਹੋ ਗਿਆ ਨਾ ਦਾਦਾ? ਯੈਸ ਯੂ ਨੋ। ਹੁਣ ਆਪਾਂ ਨੂੰ ਪਤਾ ਹੈ ਦਾਦਾ ਹੈ, ਲੇਕਿਨ ਆਪਾਂ ਨੂੰ ਅੱਗੇ ਇਹ ਵੀ ਗੱਲ ਕੰਪਲੀਟ ਹੈ ਕਿ ਗ੍ਰੈਂਡਫਾਦਰ ਹੈ। ਉਹ ਗ੍ਰੈਂਡਫਾਦਰ ਹੋ ਸਕਦਾ ਇਹਦਾ ਘਰ ਵਾਲਾ ਵੀ ਹੋਵੇ, ਕਿਉਂਕਿ ਦੇਖੋ ਇੰਗਲਿਸ਼ ਦੇ ਵਿੱਚ ਇੱਕ ਹੀ ਨਾਮ ਹੈ, ਬਟ ਪੰਜਾਬੀ ਤੇ ਹਿੰਦੀ ਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ ਵੀ ਆਪਾਂ ਉਹਨੂੰ ਦਾਦਾ ਕਹਿੰਦੇ ਨੇ ਤੇ ਮੰਮੀ ਵਾਲੇ ਬੰਨਿਓ ਨਾਨਾ ਕਹਿ ਦਿੰਦੇ ਆਪਾਂ, ਹਨਾ। ਲੇਕਿਨ ਇੰਗਲਿਸ਼ ਦੇ ਵਿੱਚ ਉਹ ਇੱਕ ਹੀ ਕੰਡੀਸ਼ਨ ਨੂੰ ਲੈ ਕੇ ਚੱਲਦਾ ਹੈ, ਇਸ ਕਰਕੇ ਆਪਾਂ ਦੋਨੋਂ ਬੰਨੇ ਸੋਚਣਾ ਹੈ ਆਪਾਂ ਨੂੰ। ਅੱਗੇ ਚੱਲੋ। ਹਰੀਵੰਸ਼ ਨੀਲਾ ਦਾ ਪਿਤਾ ਹੈ। ਠੀਕ ਹੈ ਜੀ। ਹਰੀਵੰਸ਼ ਨੀਲਾ ਦਾ ਪਿਤਾ ਹੈ ਤੇ ਅਭਿਸ਼ੇਕ ਦਾ ਦਾਦਾ ਹੈ। ਤਾਂ ਅਭਿਸ਼ੇਕ ਦਾ ਦਾਦਾ ਕੌਣ ਹੋ ਗਿਆ? ਹਰੀਵੰਸ਼। ਹੋ ਗਿਆ ਹਰੀਵੰਸ਼। ਹੁਣ ਇਹਨੇ ਕਿਹਾ ਸੀ ਨੀਲਾ ਦਾ ਪਿਤਾ ਹੈ। ਹੁਣ ਨੀਲਾ ਦਾ ਪਿਤਾ ਹੈ ਤੇ ਦਾ ਮਤਲਬ ਇਹਦੀ ਬੇਟੀ ਹੋਏਗੀ ਨੀਲਾ। ਯੈਸ ਜਾਂ ਨੋ? ਤਾਂ ਨੀਲਾ ਆਪਾਂ ਇੱਥੇ ਰੱਖ ਦਿੰਦੇ ਹਾਂ ਇੱਕ ਵਾਰੀ। ਆ ਲਓ ਜੀ, ਨੀਲਾ। ਤੇਜੀ ਹਰੀਵੰਸ਼ ਦੀ ਪਤਨੀ ਹੈ। ਉਹਨੇ ਕਿਹਾ ਤੇਜੀ ਜਿਹੜੀ ਹੈ ਉਹ ਹਰੀਵੰਸ਼ ਦੀ ਪਤਨੀ ਹੈ। ਉਹਨੇ ਸਾਫ਼-ਸਾਫ਼ ਕਹਿ ਦਿੱਤਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਆਹ ਚੀਜ਼ ਆਪਾਂ ਜਿਹੜੀ ਬਣਾਈ ਸੀਗੀ ਉਹ ਸਿਰਫ ਸੋਚੀ ਹੋਈ ਚਾਲ ਸੀ ਆਪਣੀ, ਇਸ ਕਰਕੇ ਇਹਨੂੰ ਮਿਟੋ ਦਿੰਦੇ ਹਾਂ। ਇਹਨੇ ਹੁਣ ਸਾਫ਼-ਸਾਫ਼ ਕਹਿਤਾ ਕਿ ਜਿਹੜਾ ਮੈਂ ਦਾਦਾ ਕਹਿ ਰਿਹਾ ਨਾ ਉਹ ਇਹਦਾ ਨਾਨਾ ਹੈ। ਉਹ ਇਹਦਾ ਕੀ ਹੈ? ਨਾਨਾ। ਉਹਨੇ ਸਾਫ਼-ਸਾਫ਼ ਚੱਲ ਕੇ ਕਹਿਤਾ ਕਿ ਤੇਜੀ ਹਰੀਵੰਸ਼ ਦੀ ਪਤਨੀ ਹੈ। ਤੇਜੀ, ਆ ਲਓ ਜੀ, ਹਰੀਵੰਸ਼, ਆ ਲਓ ਜੀ, ਕਲੀਅਰ। ਤੇ ਹਰੀਵੰਸ਼ ਦੀ ਪਤਨੀ ਕੌਣ ਹੈ? ਤੇਜੀ। ਹੁਣ ਆ ਲਾਈਨ ਦੁਬਾਰਾ ਫਿਰ ਪੜੋ। ਹਰੀਵੰਸ਼ ਨੀਲਾ ਦਾ ਪਿਤਾ ਹੈ। ਆ ਲਓ ਜੀ, ਨੀਲਾ, ਕਲੀਅਰ। ਹਰੀਵੰਸ਼ ਨੀਲਾ ਦਾ ਪਿਤਾ ਹੈ, ਕਿਉਂਕਿ ਨੀਲਾ ਆਪਾਂ ਨੂੰ ਪਤਾ ਇੱਕ ਹੋਰ ਬੇਟੀ ਹੋ ਸਕਦੀ ਹੈ ਇਹਦੀ। ਹਰੀਵੰਸ਼ ਨੀਲਾ ਦਾ ਪਿਤਾ ਹੈ ਅਤੇ ਅਭਿਸ਼ੇਕ ਦਾ ਦਾਦਾ ਹੈ। ਤਾਂ ਬਿਲਕੁਲ ਜੀ ਅਭਿਸ਼ੇਕ ਦਾ ਦਾਦਾ ਹੋ ਜਾਏਗਾ। ਅੱਗੇ ਚੱਲੋ। ਤੇਜੀ ਹਰੀਵੰਸ਼ ਦੀ ਪਤਨੀ ਹੈ। ਠੀਕ ਹੈ ਜੀ। ਹੁਣ ਆ ਜਿਹੜਾ ਪ੍ਰਕਾਸ਼ ਹੈ, ਆ ਜਿਹੜਾ ਵਿਕਾਸ ਹੈ, ਔਰ ਨੀਲਾ ਤਾਂ ਚਲੋ ਕੰਪਲੀਟ ਆਪਾਂ ਨੂੰ ਪਤਾ ਲੱਗ ਰਿਹਾ ਵੀ ਅਭਿਸ਼ੇਕ ਦਾ ਦਾਦਾ ਹੈ ਤੇ ਨੀਲਾ ਕੰਪਲੀਟ ਹੋ ਜਾਏਗਾ। ਚਲੋ ਇਹ ਤਾਂ ਗੱਲ ਕਲੀਅਰ ਹੋ ਗਈ ਵੀ ਨੀਲੇ ਦਾ ਬੇਟਾ ਹੀ ਹੈ। ਬਟ ਆਪਾਂ ਜੇ ਗੱਲ ਕਰੀਏ ਹੁਣ ਅੱਗੇ ਜਿਹੜੇ ਕੁਐਸਚਨ ਪੁੱਛੇ ਹੋਣਗੇ ਉਹਨਾਂ ਦੇ ਵਿੱਚ ਆਪਾਂ ਨੂੰ ਮੇਨ ਫੈਕਟ ਪਤਾ ਲੱਗੇਗਾ ਕਿ ਇਹ ਵਾਸਤਵ 'ਚ ਦੋ ਹੀ ਬੰਦੇ ਨੇ ਜਾਂ ਤਿੰਨ ਬੰਦੇ ਨੇ ਜਾਂ ਵਾਸਤਵ 'ਚ ਚਾਰ ਹੋ ਸਕਦੇ ਨੇ, ਕਿਉਂਕਿ ਆਪਾਂ ਨੂੰ ਇੱਥੇ ਕਿਤੇ ਵੀ ਨਹੀਂ ਕਿਹਾ ਗਿਆ ਇਕਲੌਤਾ, ਕਿਤੇ ਵੀ ਨਹੀਂ ਕਿਹਾ ਗਿਆ। ਕਲੀਅਰ ਹੈ? ਅੱਗੇ ਚੱਲੋ। ਨੈਕਸਟ, ਜਾਂ ਆਪਾਂ ਨੂੰ ਇੱਥੇ ਕਿਤੇ ਲਿਖਿਆ ਹੁੰਦਾ ਕਿ ਅਮਿਤਾਭ ਜਿਹੜਾ ਹੈ ਉਹ ਪ੍ਰਕਾਸ਼ ਦਾ ਬੇਟਾ ਹੈ, ਇਹ ਵੀ ਲਿਖਿਆ ਨਹੀਂ ਹੋਇਆ। ਜਾਂ ਲਿਖਿਆ ਹੁੰਦਾ ਅਮਿਤਾਭ ਵਿਕਾਸ ਦਾ ਬੇਟਾ ਹੈ, ਇਹ ਵੀ ਲਿਖਿਆ ਨਹੀਂ ਹੋਇਆ। ਇਸ ਕਰਕੇ ਡਾਇਗਰਾਮ ਤਾਂ ਬਿਲਕੁਲ ਸਹੀ ਬਣ ਗਿਆ ਆਪਣੇ ਕੋਲੋਂ, ਲੇਕਿਨ ਆਪਾਂ ਨੂੰ ਹਜੇ ਵੀ ਜਿਹੜਾ ਸਰਪ੍ਰਾਈਜ਼ ਹੈ ਦਿਮਾਗ ਦੇ ਵਿੱਚ ਉਹ ਇਹੀ ਹੈ ਕਿ ਪ੍ਰਕਾਸ਼ ਇਹਦਾ ਪਿਓ ਹੈ ਜਾਂ ਵਿਕਾਸ ਇਹਦਾ ਪਿਓ ਹੈ। ਇਜ਼ ਦੈਟ ਕਲੀਅਰ? ਇੱਥੋਂ ਤੱਕ ਦੱਸੋ ਸਾਰਿਆਂ ਨੂੰ ਕਿ ਇੰਨੀ ਚੀਜ਼ ਕਲੀਅਰ ਹੋ ਗਈ ਕਿ ਨਹੀਂ ਹੋਈ? ਡਾਇਗਰਾਮ ਕੰਪਲੀਟ ਹੋਇਆ ਕਿ ਨਹੀਂ ਹੋਇਆ? ਬਹੁਤ ਵਧੀਆ ਵੀ, ਬਹੁਤ ਵਧੀਆ, ਬਹੁਤ ਹੀ ਵਧੀਆ। ਜਿੰਨੀਆਂ ਵੀ ਗੱਲਾਂ ਦੱਸੀਆਂ ਨਾ ਇਹ ਸਮਝ ਲਓ ਕਿ ਬਹੁਤ ਹੀ ਰੇਅਰ ਚਾਂਸ 'ਚ ਕੋਈ ਦੱਸਦਾ ਹੈ। ਫਟਾਫਟ ਕੁਐਸਚਨ ਵੱਲ ਚੱਲਦੇ ਹਾਂ ਆਪਾਂ, ਐਵੇਂ ਨਹੀਂ ਕਰਦੇ ਆਪਾਂ। ਆਪਾਂ ਨੂੰ ਸਭ ਤੋਂ ਪਹਿਲਾਂ ਉਹ ਡਾਇਗਰਾਮ ਸਿੱਖਣਾ ਸੀਗਾ ਕਿ ਫਸਟ ਕੰਡੀਸ਼ਨ ਕਿਹੜੀ ਹੈ, ਸੈਕਿੰਡ ਕਿਹੜੀ ਹੈ, ਥਰਡ ਕਿਹੜੀ ਹੈ ਤੇ ਫੋਰਥ ਕਿਹੜੀ ਹੈ। ਔਰ ਦੂਜੀ ਗੱਲ ਇਹ ਸਿੱਖਣੀ ਹੈ ਕਿ ਕਿਤੇ ਵੀ ਤੁਸੀਂ ਇਹ ਨਹੀਂ ਮੰਨਣਾ ਜੇ ਉਹਨੇ ਕਹਿਤਾ ਕਿ ਅਮਿਤਾਭ ਦੇ ਬੇਟਾ ਦੀ ਭੈਣ, ਹਨਾ, ਐਵੇਂ ਕਹਿ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਉਹਦੀ ਬੇਟਾ ਕੌਣ ਹੈ, ਉਹਦਾ ਭੈਣ ਕੌਣ ਹੈ। ਜਦੋਂ ਤੱਕ ਉਹ ਇਹ ਨਹੀਂ ਕਹਿ ਦਿੰਦਾ ਇਕਲੌਤਾ, ਜੇ ਆਪਾਂ ਨੂੰ ਕਹਿ ਦਿੰਦਾ ਵੀ ਅਮਿਤਾਭ ਦੇ ਪਿਤਾ ਪ੍ਰਕਾਸ਼ ਦੀ ਭੈਣ, ਫਿਰ ਆਪਾਂ ਕਹਿ ਦਿੰਦੇ ਵੀ ਪ੍ਰਕਾਸ਼ ਹੀ ਹੈ ਇਹਦਾ। ਬਹੁਤ ਵਧੀਆ ਵੀ। ਹੁਣ ਆਪਾਂ ਗੱਲ ਕਰਦੇ ਹਾਂ ਕੁਐਸਚਨ ਦੀ ਕਿ ਕੁਐਸਚਨ ਕੀ ਸੀਗਾ। ਪਹਿਲਾ ਕੁਐਸਚਨ ਸੀਗਾ ਹਾਊ ਇਜ਼ ਅਭਿਸ਼ੇਕ ਰਿਲੇਟਡ ਟੂ ਤੇਜੀ, ਯਾਨੀ ਆਪਾਂ ਨੂੰ ਇਹਨੇ ਇਹ ਪੁੱਛ ਲਿਆ ਕਿ ਅਭਿਸ਼ੇਕ ਜਿਹੜਾ ਹੈ ਉਹ ਤੇਜੀ ਦੇ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ, ਮਤਲਬ ਤੇਜੀ ਅਭਿਸ਼ੇਕ ਨੂੰ ਕੀ ਕਹੇਗਾ, ਇਹ ਪੁੱਛਿਆ। ਤਾਂ ਤੇਜੀ ਜਿਹੜਾ ਹੈ ਉਹ ਅਭਿਸ਼ੇਕ ਨੂੰ ਕੀ ਕਹੇਗਾ। ਤਾਂ ਦੇਖੋ ਧਿਆਨ ਨਾਲ, ਆ ਤੇਜੀ
क्लीयर। आ तेजी दी बेटी, बिल्कुल। और बेटी दा की है, बेटा। तो बेटी दा बेटा आपां की कह सकते, दसो की कह सकते हैं? आपां कह सकते हैं ग्रैंडसन। की कह सकते हैं? ग्रैंडसन। बिल्कुल ये गल सही है। बट ध्यान नाल तुसी देखो, ये नीला मैं इत्थे रखिया कि नीला इहदी एक होर भैन भी तो हो सकती है। सोचो इस चीज़ नूं, क्योंकि इत्थे नीला बारे भी कुछ नहीं किया गया। ध्यान नाल वेखो, इत्थे क्या गया है, आ रहा हरिवंश नीला दा पिता है। हरिवंश नीला दा पिता है, तो हो सकता है जी नीला इहदी भैन होर होवे, क्योंकि आपां नूं एकमात्र बेटी तो नहीं किया ना, एकमात्र बेटी तो नहीं किया ना, इस करके ग्रैंड सन आपां जरूर कह सकते हैं, बट ऑप्शन दे बेस ते। मतलब आपां नूं पता लग गया कि वास्तव च उत्तर तो द्वैता आएगा। की आएगा? द्वैता, जिन्हों आपां हिंदी च देवता बोल दिंने आ, या द्वैता। की है? द्वैता उत्तर आएगा, यानी ग्रैंडसन। हुण तुसी ध्यान नाल वेखो एक बारी, बिल्कुल जी सर ग्रैंडसन ऑप्शन दे विच हैगा। फिर ये कहता है सन, नहीं जी सन तो नहीं हो सकता। डाटा इनडिक्वेंट, ਇਹਦਾ मतलब ये ਹੁੰਦਾ है डाटा अपर्याप्त। ਇਹਦਾ मतलब ये ਹੁੰਦਾ है नन ऑफ दीज बाद की गल है। हुण मैं तुहानू पुछदा, मैनू दसो कि ਇਹਦਾ उत्तर ए आएगा या सी आएगा? दसो सारे जने, दसो भी, ए आएगा या सी आएगा? बिल्कुल गौरव, बहुत ही वधिया। यही उत्तर सुनना चाहता सी मैं तुहाडे कोलों, क्योंकि ਇਹਦਾ उत्तर कई जने डाटा अपर्याप्त लिख के आ जाते हैं कि सर साडे कोले डाटा पर्याप्त ही नहीं गा। बट गौरव ने बहुत ही वधिया गल कही। गौरव ने कहा कि सर जे ਇਹਦੀ होर भी कई भैणां ਹੁੰਦੀਆਂ, ਉਹਦਾ ਤਾਂ ਕਿਸੇ ना किसी का बेटा तो अभिषेक होना ही सी। और ਇਹਦੀ ਤਾਂ ਧੀ ही है ना, तो नैचुरल जी गल है भी किसी ना किसी धी का बेटा अभिषेक तो होएगा, तो वह ग्रैंड सन तो लगेगा ही ना। बहुत ही वधिया भी, बिल्कुल ए इज द राइट आंसर। बहुत ही सही भी, बहुत ही बई। ਜਿਹੜੀ ਚੀਜ਼ ਇਹ ਸਮਝ ਗਏ ਨਾ, ਇਹੀ ਗਲਤੀਆਂ ਪੇਪਰ ਦੇ ਵਿੱਚ ਹੁੰਦੀਆਂ ਨੇ। ਆਪਾਂ ਸੋਚਦੇ ਹਾਂ ਆਪਾਂ ਨੂੰ ਕੁੜੀ ਬਾਰੇ ਤਾਂ ਪਤਾ ਹੀ ਨਹੀਂ ਲੱਗ ਰਿਹਾ, ਉਹਨੇ ਕੁੜੀ ਬਾਰੇ ਪੁੱਛਿਆ ਹੀ ਨਹੀਂ, ਉਹਨੇ ਤੇਜੀ ਤੇ ਅਭਿਸ਼ੇਕ ਦਾ ਰਿਲੇਸ਼ਨ ਪੁੱਛਿਆ ਹੈ ਜੋ ਆਪਾਂ ਨੂੰ ਪਤਾ ਹੈ। ਹਾਂਜੀ, ਨੈਕਸਟ ਕੁਐਸਚਨ, हाउ इज विकास वाइफ रिलेटेड नीला, यानी नीला विकास दी वाइफ नू की कहेगी? नीला जिहड़ी है वो विकास दी वाइफ नू की कहेगी? हुण देखो, आ नीला भावें जिहड़ी मर्जी मान लो, ਇਹਦਾ ਭਰਾ विकास ही होया, और विकास दी घरवाली नू की कहेगी? दसो भी, नीला विकास दी घरवाली नू की कहेगी? नीला विकास दी घरवाली नू की कहेगी? भाभी। बहुत वधिया। ਇਹਦੇ ਵਿੱਚ देखो भाभी ਇੱਥੇ कित्थे आंसर आ रहा? सिस्टर इन लॉ, क्योंकि इंग्लिश ਦੇ ਵਿੱਚ एक ही नाम ਹੁੰਦਾ है, मैं ਤੁਹਾਨੂੰ ਦੱਸਿਆ ਸੀਗਾ, सिस्टर इन लॉ। बिल्कुल जी, बहुत ही वधिया। आ रहा है ना समझ टॉपिक? चलो जी, तीजा नंबर क्वेश्चन, फटाफट उत्तर दो। हुण तुहाडी वारी है।
फटाफट उत्तर दो भी, जल्दी जल्दी। फादर, बहुत बढ़िया। देखो, जे पी क्यों दे बेटे, क्यों दे बेटे, हलो जी, जे पी क्यों दे बेटे दा भरा है, हलो जी, जे पी क्यों दे बेटे दा भरा है। ਆਪਾਂ ਨੂੰ ਕਿਉਂ ਨਹੀਂ ਪਤਾ ਕਿ ਕਿਉਂ ਕੌਣ ਹੈ, ਤਾਂ ਪੀ ਦਾ ਕਿਉਂ ਨਾਲ ਕੀ ਸੰਬੰਧ ਹੈ, ਮਤਲਬ ਕਿ ਕਿਉਂ ਜਿਹੜਾ ਹੈ ਉਹ ਪੀ ਨੂੰ ਕੀ ਕਹੇਗਾ, ਦੱਸਿਆ ਸੀ ਨਾ, ਪੀ ਦਾ ਕਿਉਂ ਨਾਲ ਕੀ ਸੰਬੰਧ ਹੈ, ਤਾਂ ਕਿਉਂ ਪੀ ਨੂੰ ਕੀ ਕਹੇਗਾ, ਕਿਉਂ ਪੀ ਨੂੰ ਕੀ ਕਹੇਗਾ, ਦੱਸੋ ਫਟਾਫਟ। ਬੇਟਾ ਕਹੇਗਾ। ਕੀ ਕਹੇਗਾ, ਬੇਟਾ, ਜਿਹਨੂੰ ਆਪਾਂ ਕਹਿ ਦਿੰਨੇ ਆ ਕੀ, ਪੁੱਤਰ, ਹੈ ਨਾ, ਜਾਂ ਸਨ। ਇਹ ਫਾਦਰ ਕਿਉਂ ਆਇਆ ਵੀ ਸਾਰਿਆਂ ਦਾ ਆਨਸਰ ਬਈ, ਇਹ ਕੀ ਕਰਤਾ ਤੁਸੀਂ, ਇਹ ਕੀ ਕਰ ਬੈਠੇ, कैसा गुनाह किया। इंग्लिश स्टेटमेंट किया। हाउ इज पी रिलेटेड टू क्यू, बिल्कुल सही है। पी रिलेटेड टू क्यू बिल्कुल सही है भी, क्यू पी से किस प्रकार संबंधित है, यही मतलब होएगा ਇਹਦਾ ਵੀ क्यू पी से किस प्रकार संबंधित है, ਤੇ ਇਹਦਾ मतलब कि ਜਿਹਦੇ ਨਾਲ से ਲੱਗ ਗਿਆ। हाँ बिल्कुल 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 सही गल है, उल्टा है थे। P related to Q, हाँ जी बिल्कुल बिल्कुल। हाँ जी बिल्कुल, तुसीं एक बारी पंजाबी नाल करो, चलो एक बारी पंजाबी नाल करो, इंग्लिश ना देखो क्योंकि मैनूं लगदा इत्थे गड़बड़ है। पंजाबी दे विच कर लो, ठीक है ना। जे पी क्यू दे बेटे दा भरा है, बस इन्नी गल मान लो तुसीं, आ रहण दो, इंग्लिश छड्ड दो एक बारी। पंजाबी विच इहदा उत्तर की आएगा कि क्यू पी नूं की कहेगा, ते क्यू पी नूं की कहेगा, बेटा, ठीक है ना। बहुत वधिया भी। हुण एक गल होर देखो, ਇਹਦੇ ਵਿੱਚ ਜੇ ਐਵੇਂ ਪੁੱਛਿਆ ਹੁੰਦਾ क्यू ਦਾ P ਨਾਲ ਕੀ ਸੰਬੰਧ ਹੈ, ਦੱਸੋ, क्यू ਦਾ P ਨਾਲ ਕੀ ਸੰਬੰਧ ਹੈ, क्यू ਦਾ P ਨਾਲ ਕੀ ਸੰਬੰਧ ਹੈ। बिल्कुल लवप्रीत सिंह, बिल्कुल बहुत सौखा होएगा, टेंशन नो टेंशन। समनदीप कह रहे ने फादर, सुखप्रीत भी कह रहे ने फादर। अरे भाई जवानों, इसे पहचानो, ये है कौन, अरे कोई नहीं है ये, हमें पता ही नहीं है, सानू पता ही नहीं, सानू दस्या ही नहीं होया कि क्यों कौन है। इत्थे की लिखा है, जे पी क्यू दे बेटे दा भरा है, तो तुहानू पता है कि ये जिहड़ी क्यू है ना, ये इहदी मां भी हो सकती है ते इहदा पिता भी हो सकता है ना। तो तुसी किवें कह दोगे कि पी क्यू नू फादर ही कहेगा, पी क्यू नू फादर अते या फिर या सॉरी अपने अते नहीं या की कह सकता है, मदर कह सकता है, यानी माता या पिता। की कहेगा, माता या पिता, क्योंकि आपां नू पता ही नहीं कि क्यों की है, क्यों मुंडा है कि कुड़ी है, नहीं पता ना आपां नू। इस पंजाबी दे हिस्से दा देखा जाए तां क्यों आपां नू नहीं पता। आ गया ना समझ विच सारिआं नू। और जदों आपां नू नहीं पता हुंदा उस रिलेशन दे बारे, तां आपां ओहदी कंडीशन या दे विच लिखांगे। ये गल ध्यान रखना भी या तां पिता है ते या मदर है। हाँ जी सबर रखो गौरव जी। हुण मैं तुहानू ऑप्शन दस रहा, हुण देखो ऑप्शन की आएगा, ऑप्शन बहुत जरूरी है। पहला ऑप्शन आ गया फादर, दूजा ऑप्शन आ गया अंकल, तीजा ऑप्शन आ गया सन, चौथा ऑप्शन आ गया वाइफ।
ठीक है जी। ओके है। हुण देखो, हुण तुहानू पहला ऑप्शन तो मैं ये दिता कि तुहानू पुछया मैं पी क्यू नू की कहेगा, यही मतलब है ना पी क्यू नू की कहेगा। तो पी क्यू नू की कहेगा, तुसी कहोगे सर माता या पिता, तुसी ऑप्शन जाओगे माता तो है ही नहीं, तो उत्तर की आएगा पिता, मतलब ए ऑप्शन। सुनी चलो, आपदी ना चलाओ एक बारी कोई भी। की आएगा उत्तर फादर। हुण यही ऑप्शन बदल दिने आ, पहला ऑप्शन फादर, फादर कट देने, फादर देता ना पहला मैं, इत्थे देता मदर, इत्थे देता अंकल, इत्थे देता सन और इत्थे देता वाइफ। हुण तुहाडा आंसर आएगा बड़ी बेझिझक तरीके नाल कि मदर, क्योंकि फादर नहीं है तो मदर हो जाएगा उत्तर। अगे चलो, जे ऑप्शन आ गया फादर पहले ऑप्शन, दूजा ऑप्शन आ गया मदर, तीजा ऑप्शन आ गया फादर या मदर, और चौथा ऑप्शन आ गया कैन नॉट बी डिटरफाइंड, कैन नॉट बी डिटरफाइंड। गौरव सिंगल जी इत्थे नाल वाली ट्रिक चल तो रही है, आज तुसी पढ़ो ना क्यू दा पी नाल, तो मैं तुहानू यही तो दस्सिया है जिहदे नाल नाल लग्या होवे ओ दूजे बंदे नू की कहेगा। तो हुण इत्थे की है पी क्यू नू की कहेगा, तो पी क्यू नू की कहेगा, आपां नू पता लग रहा है कि आपां नू नहीं पता लग रहा है, ये फादर भी हो सकता है और मदर भी हो सकता है। मैं पता नहीं कितनी बारी ये गल दस चुकिया तुहानू सारिਆਂ नू, फिर तुसी वारी वारी वही क्वेश्चन रिपीट करदे हो। हुण देखो इधर, हुण आपां नू पहला ऑप्शन देता फादर, दूजा देता मदर, तीजा देता फादर या मदर, और चौथा देता कैन नॉट बी डिटरफाइंड, यानी ज्ञात नहीं किया जा सकता। ज्ञात नहीं किया, अरे गौरव तुसी कर की रहे हो, मैनू समझ नहीं आ रहा तुहाडा। आ देखो ध्यान नाल, पी दा क्यू नाल की संबंध है, इत्थे तक क्यू पी नू की कहेगा तो पता है बेटा ही कहेगा, लेकिन मैं तो तुहानू आ वाला क्वेश्चन करवा रहा, ध्यान नाल देखो क्यू दा पी नाल की संबंध है, दैट मीन्स पी क्यू नू की कहेगा। यस और नो? अगे चलो भी सारे जने, ए इज इक्वल टू एफ, बी इज इक्वल टू एम, यानी कि फादर मदर, सी आ गया फादर या मदर, और डी देता ज्ञात नहीं किया जा सकता। हुण कई जने एदा उत्तर देणगे ज्ञात नहीं किया जा सकता, ये उत्तर देणगे जो कि गलत है। एदा उत्तर की आएगा फादर या मदर, क्योंकि तुसी ज्ञात ता कर सकते हो ना कि या तो पिता है या माता है, ज्ञात ता कर सकते हो ना, इस करके इत्थे आंसर की आएगा सी आ जाएगा। हुण यही ऑप्शन एवें आ जाण, पहला ऑप्शन अंकल, दूजा ऑप्शन फादर या मदर, तीजा ऑप्शन अंकल तो हो ही गया सी वाइफ, और चौथा ऑप्शन आ जाए डाटा इनसफिशिएंट। उत्तर की आएगा की उत्तर तुसी दिता बी दिता। ओके गुड, बहुत ही वधिया भी, सारिਆਂ ਦਾ गलत है, क्योंकि आपां नू पता है कि पी नू पी जिहड़ा है वो क्यू नू की कहेगा, आपां नू पता है सर साडे कोले डाटा इनसफिशिएंट है, यानी साडे कोले आंकड़े की ने
ਅਪਰਯਾप्त ਨੇ। ਸਾਡੇ ਕੋਲੇ ਆંકੜੇ ਅਪਰਯਾप्त ਨੇ, ਤਾਂ ਹੀ ਤਾਂ ਤੁਹਾਡੇ ਦੋ ਆਨਸਰ ਆ ਰਹੇ ਨੇ। ਫਾਦਰ ਆ ਰਿਹਾ ਜਾਂ ਮਦਰ ਆ ਰਿਹਾ, ਦੋ ਆਨਸਰ ਆ ਰਹੇ ਨੇ ਨਾ, ਤਾਂ ਤੁਸੀਂ ਇਹ ਆਨਸਰ ਨਾ ਦੇ ਕੇ ਸਭ ਤੋਂ ਪਹਿਲਾਂ ਆਨਸਰ ਕੀ ਦਵੋਗੇ? ਆંકੜੇ ਅਪਰਯਾप्त ਦਵੋਗੇ ਕਿ ਮੇਰਾ ਆંકੜਾ ਅਪਰਯਾप्त ਹੈ ਜੀ, ਤਾਂ ਹੀ ਤਾਂ ਮੇਰੇ ਦੋ ਉੱਤਰ ਆ ਰਹੇ ਨੇ। ਇਹ ਉੱਤਰ ਨਹੀਂ ਦੇਣਾ। ਕਿਉਂ? ਕਿਉਂਕਿ ਤੁਹਾਨੂੰ ਪਤਾ ਹੈ ਪ੍ਰਾਇਮਰੀ ਔਰ ਸੈਕੰਡਰੀ, ਯਾਦ ਹੈ ਨਾ, ਤਾਂ ਪ੍ਰਾਇਮਰੀ ਇਹਦੇ ਵਿੱਚ ਡਾਟਾ ਇਨਸਫੀਸ਼ੀਐਂਟ ਹੈ। ਜੇ ਆ ਨਾ ਹੁੰਦਾ ਤਾਂ ਫਿਰ ਆਪਾਂ ਸੈਕੰਡਰੀ ਚੱਕਦੇ। ਦੱਸੋ ਵੀ ਸਾਰੇ ਜਣੇ, ਸਮਝ ਆਇਆ ਕਿ ਨਹੀਂ ਆਇਆ? ਦੱਸੋ ਵੀ ਸਾਰੇ ਜਣੇ। ਯੈਸ, ਬਹੁਤ ਵਧੀਆ। ਤੇ ਇਹ ਮੈਂ ਤੁਹਾਨੂੰ ਚਾਰ ਦੱਸਣ ਦਾ ਇੱਕ ਮੇਨ ਰੋਲ ਇਹਦਾ ਇਹੀ ਸੀਗਾ ਕਿ ਤੁਹਾਨੂੰ ਪਤਾ ਲੱਗੇ ਕਿ ਆਪਸ਼ਨਸ ਕਿਵੇਂ ਚੱਕਣੇ ਹੁੰਦੇ ਨੇ ਪੇਪਰ ਦੇ ਵਿੱਚ। ਔਰ ਆਹ ਚੀਜ਼ਾਂ ਨਾ ਇੰਨੀਆਂ ਡੈਪਥ ਦੇ ਵਿੱਚ ਕੋਈ ਨਹੀਂ ਦੱਸਦਾ। ਤੁਸੀਂ ਕਿਹੜਾ ਮਰਜ਼ੀ ਚੈਨਲ ਚੱਕ ਕੇ ਦੇਖ ਲਓ, ਇੰਨੀ ਡੈਪਥ ਵਿੱਚ ਕੋਈ ਨਹੀਂ ਦੱਸਦਾ। ਮੈਂ ਸਿਰਫ ਤਾਂ ਦੱਸ ਰਿਹਾ ਵਾਂ ਕਿ ਆਹ ਨਿੱਕੀ ਗਲਤੀਆਂ ਹੀ ਪੇਪਰ ਦੇ ਵਿੱਚ ਹੁੰਦੀਆਂ ਨੇ। ਬਹੁਤ ਵਧੀਆ ਵੀ। ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਾਂ। ਆ ਗਈ ਗੱਲ ਸਾਰਿਆਂ ਨੂੰ ਸਮਝ? ਨੈਕਸਟ ਕੁਐਸਚਨ ਦਾ ਜਵਾਬ ਦਿਓ ਸਾਰੇ ਜਣੇ। ਇੱਥੇ ਵੀ ਤੁਸੀਂ ਇਹੀ ਗੱਲ ਧਿਆਨ ਰੱਖਣੀ ਹੈ। ਇੱਥੇ ਲਿਖਿਆ ਹੈ ਬੀ ਰਿਲੇਟਡ ਟੂ ਈ, ਯਾਨੀ ਈ ਬੀ ਨਾਲ ਕੀ ਸੰਬੰਧ ਹੈ। ਠੀਕ ਹੈ ਨਾ, ਈ ਦਾ ਬੀ ਨਾਲ ਕੀ ਸੰਬੰਧ ਹੈ, ਇਹੀ ਦੱਸਣਾ ਤੁਸੀਂ। ਤੁਸੀਂ ਤਾਂ ਮੈਨੂੰ ਦੋਨੋਂ ਗੱਲਾਂ ਦੱਸੋ, ਈ ਦਾ ਬੀ ਨਾਲ ਕੀ ਸੰਬੰਧ ਹੈ ਔਰ ਬੀ ਦਾ ਈ ਨਾਲ ਕੀ ਸੰਬੰਧ ਹੈ। ਠੀਕ ਹੈ ਜੀ, ਫਟਾਫਟ ਦੱਸੋ। ਚਲੋ ਜੀ, ਇਹਨੇ ਕਿਹਾ ਬੀ ਅਤੇ ਸੀ ਭੈਣ ਭਰਾ ਨੇ। ਆ ਲਓ ਜੀ, ਬੀ ਅਤੇ ਸੀ ਜਿਹੜੇ ਨੇ ਉਹ ਭੈਣ ਭਰਾ, ਲੇਕਿਨ ਇਹ ਨਹੀਂ ਪਤਾ ਇਹਨਾਂ ਚੋਂ ਭੈਣ ਕਿਹੜੀ ਹੈ ਤੇ ਭਰਾ ਕਿਹੜਾ ਹੈ, ਕਿਉਂਕਿ ਇੱਥੇ ਲਿਖਿਆ ਨਹੀਂ ਹੋਇਆ ਕ੍ਰਮਸ਼ः। ਲਿਖਿਆ ਹੋਇਆ ਕਿਤੇ ਕਿ ਨਹੀਂ ਲਿਖਿਆ ਹੋਇਆ। ਕ੍ਰਮਸ਼ः ਦਾ ਮਤਲਬ ਤਾਂ ਆਪਾਂ ਮੰਨ ਲੈਂਦੇ ਕਿ ਬੀ ਭੈਣ ਹੈ ਤੇ ਸੀ ਭਰਾ ਹੈ, ਬਟ ਨਹੀਂ ਲਿਖਿਆ ਹੋਇਆ, ਇਸ ਕਰਕੇ ਆਪਾਂ ਇਹੀ ਮੰਨਾਂਗੇ, ਪਤਾ ਲੱਗੇਗਾ ਅੱਗੇ। ਐਮ ਦੇ ਦੋ ਬੱਚੇ ਹਨ। ਠੀਕ ਹੈ ਜੀ, ਐਮ ਦੇ ਕਿੰਨੇ ਬੱਚੇ ਹਨ? ਦੋ। ਅੱਗੇ ਚੱਲੋ। ਅਤੇ ਉਹ ਈ ਦਾ ਪੁੱਤਰ ਹੈ। ਐਮ ਦੇ ਦੋ ਬੱਚੇ ਹਨ। ਐਮ ਹੈਜ਼ ਟੂ ਚਿਲਡਰਨ ਐਂਡ ਹੀ ਇਜ਼, ਕਿਹਦੇ ਬਾਰੇ ਗੱਲ ਹੋ ਰਹੀ ਹੈ? ਐਮ ਬਾਰੇ। ਐਮ ਜਿਹੜਾ ਹੈ ਉਹ ਸਨ ਹੈ ਕਿਹਦਾ? ਈ ਦਾ। ਠੀਕ ਹੈ ਜੀ, ਐਮ ਜਿਹੜਾ ਹੈ ਉਹ ਸਨ ਕਿਹਦਾ ਹੈ? ਈ ਦਾ। ਅੱਗੇ ਚੱਲੋ ਜੀ, ਇੱਥੇ ਬਣਾਤਾ ਮੈਂ। ਫਿਰ ਅੱਗੇ ਕੀ ਕਿਹਾ? ਜੋ ਕਿ ਇਹਨੇ ਕੀ ਕਿਹਾ ਦੇਖੋ ਦੁਬਾਰਾ ਫਿਰ, ਐਮ ਦੇ ਦੋ ਬੱਚੇ ਹਨ ਅਤੇ ਉਹ ਈ ਦਾ ਪੁੱਤਰ ਹੈ, ਜੋ ਕਿ ਯਾਨੀ ਈ ਦੀ ਗੱਲ ਹੋ ਰਹੀ ਹੈ। ਈ ਐਚ ਦਾ ਸਹੁਰਾ ਹੈ। ਈ ਜਿਹੜਾ ਹੈ ਉਹ ਐਚ ਦਾ ਸਹੁਰਾ। ਹੁਣ ਐਚ ਦਾ ਸਹੁਰਾ ਹੋਇਆ ਮਤਲਬ ਇਹਦੀ ਜਿਹੜੀ ਘਰ ਵਾਲੀ ਹੈ ਉਹ ਕੀ ਹੋਈ? ਐਚ ਹੋਈ। ਯੈਸ ਜਾਂ ਨੋ ਆਪਾਂ ਮੰਨ ਲੈਂਦੇ ਹਾਂ, ਇੱਕ ਵਾਰੀ ਜਿਹੜੀ ਗੱਲ ਦਿੱਤੀ ਗਈ ਆਪਾਂ ਉਹ ਮੰਨਦੇ ਹਾਂ। ਆ ਲਓ ਜੀ,
ई ਜਿਹੜਾ ਹੈ ਐਚ ਦਾ ਕੀ ਹੋ ਗਿਆ ਸੋਹਰਾ। ਜਿੰਨੀ ਗੱਲ ਦੱਸੀ ਸੀ ਮੈਂ ਉਹ ਰੱਖਤੀ। ਅੱਗੇ ਐਚ ਦਾ ਇੱਕੋ ਪੁੱਤਰ ਹੈ, ਐਚ ਦਾ ਕੀ ਹੈ ਇੱਕੋ ਹੀ ਪੁੱਤਰ ਹੈ। ਤੇ ਇੱਥੇ ਗੜਬੜ ਆ ਗਈ ਨਾ ਕਿ ਇੱਥੇ ਇਹਨੇ ਕਿਹਾ ਕਿ ਐਚ ਦਾ ਇੱਕੋ ਹੀ ਪੁੱਤਰ ਹੈ, ਤੇ ਇਹਦਾ ਮਤਲਬ ਇਹ ਹੋਇਆ ਕਿ ਆਹ ਜਿਹੜੇ ਬੀ ਔਰ ਸੀ ਨੇ ਇਹ ਇੱਥੇ ਹੀ ਆ ਸਕਦੇ ਨੇ, ਔਰ ਇੱਥੇ ਆ ਸਕਦੇ ਨੇ ਤਾਂ ਆਪਾਂ ਨੂੰ ਪਤਾ ਹੈ ਵੀ ਐਚ ਦਾ ਇੱਕੋ ਹੀ ਪੁੱਤਰ ਹੈ, ਤੇ ਜਾਂ ਤਾਂ ਬੀ ਹੋਏਗਾ ਜਾਂ ਸੀ ਹੋਏਗਾ। ਅੱਗੇ ਚੱਲੋ ਜੀ, ਐਚ ਦਾ ਇੱਕੋ ਪੁੱਤਰ ਹੈ, ਸੀ ਈ ਦੀ ਪੋਤੀ ਹੈ। ਆ ਲਓ ਜੀ, ਸੀ ਜਿਹੜੀ ਹੈ ਉਹ ਈ ਦੀ ਪੋਤੀ ਹੈ, ਤੇ ਇੱਥੋਂ ਪਤਾ ਲੱਗ ਗਿਆ ਸੀ ਕੁੜੀ ਹੈ, ਬੀ ਬੰਦਾ ਹੈ, ਔਰ ਇਹ ਦੋਨੋਂ ਕੀ ਨੇ ਭੈਣ ਭਰਾ ਹੋ ਗਏ ਨਾ। ਭੈਣ ਭਰਾ ਦੇਖੋ ਕੰਪਲੀਟ ਹੋ ਗਿਆ ਨਾ, ਯੈਸ ਔਰ ਨੋ। ਜੇ ਤੁਸੀਂ ਇਹਨੂੰ ਫੜਦੇ ਬੀ ਅਤੇ ਸੀ ਭੈਣ ਭਰਾ ਨੇ, ਮਤਲਬ ਬੀ ਤੁਸੀਂ ਕੁੜੀ ਮੰਨਦੇ, ਲੇਕਿਨ ਇੱਥੋਂ ਪਤਾ ਲੱਗ ਰਿਹਾ ਨਾ ਕਿ ਸੀ ਕੁੜੀ ਹੈ, ਕਿਉਂਕਿ ਸੀ ਐਮ ਈ ਦੀ ਪੋਤੀ ਹੈ, ਇਹਨੇ ਸਾਫ਼ ਸਾਫ਼ ਕਹਿਤਾ। ਤੇ ਐਚ ਦਾ ਇੱਕੋ ਪੁੱਤਰ ਹੈ, ਤੇ ਦੇਖੋ ਐਚ ਦਾ ਇੱਕੋ ਪੁੱਤਰ ਹੋ ਗਿਆ, ਔਰ ਆਪਾਂ ਨੂੰ ਪਤਾ ਹੈ ਵੀ ਈ ਜਿਹੜਾ ਹੈ ਉਹ ਐਚ ਦਾ ਹੀ ਸੋਹਰਾ ਹੋਇਆ। ਆ ਲਓ ਜੀ, ਕਿਉਂਕਿ ਆਪਾਂ ਨੂੰ ਜਿੰਨੀਆਂ ਗੱਲਾਂ ਦਿੱਤੀਆਂ ਸੀ ਆਪਾਂ ਉਹੀ ਸੈੱਟ ਕੀਤੀਆਂ, ਇਹਦੇ ਵਿੱਚ ਐਕਸਟਰਾ ਕੁਛ ਨਹੀਂ ਸੈੱਟ ਕੀਤਾ। ਹੁਣ ਇਹਨੇ ਕੀ ਕਿਹਾ, ਬੀ ਦਾ ਈ ਨਾਲ ਕੀ ਲਿੰਕ ਹੈ, ਬੀ ਦਾ ਈ ਦੇ ਨਾਲ। ਅੱਛਾ ਸੌਰੀ ਮੈਂ ਬਣਾਤੀ। ਉਹਨੇ ਕਹਿਤਾ ਕਿ ਸੀ ਈ ਦੀ ਪੋਤੀ ਨਹੀਂ ਹੈ, ਜੇ ਸੀ ਈ ਦੀ ਪੋਤੀ ਨਹੀਂ ਹੈ तो उल्टा कर दो, बस गल खत्म है ना, उल्टा कर दो। आ लो, जे उन्हें पोती कह दिता होंदा तो फिर आप आ मान लेंदे, हुण पुट्ठा कर दो। आ लो जी, इधर सी आ जाएगा, इधर बी आ जाएगी। कंप्लीट दसो भी आगे गल समझ, बस उल्टा हो जाएगा। उन्हें की किया, सी ई दी पोती नहीं है, जे सी ई दी पोती नहीं है तो की हो गया, पोता हो जाएगा, बस गल खत्म। क्योंकि आपां नूं तो सैट तो इत्थे ही करना है ना। हुण इहने की किया, ई दा बी नाल की संबंध है, ई दा किहदे नाल, बी नाल, यानी बी ई नूं की कहेगा, तो बी जिहड़ा है वो इनू की कहेगा, ई नूं दादा कहेगा। की कहेगा, दादा, यानी ग्रैंडफादर। ये तो पहला उत्तर आ गया। और बी दा ई नाल, यानी ई बी नूं की कहेगा, ई बी नूं की कहेगा, पोती, यानी ग्रैंड डॉटर। क्लियर? हाँ जी बिल्कुल बिल्कुल, सी ई दी पोती नहीं है, इस करके आपां की बनाता, पोता। और तुहानूं मैं गल दसी सी ना आ वाली, देखो सारे जने मैं तुहानूं गल दसी सी आ वाली है ना, ये जिहड़ी मैं गल दसी सी भी नीला ਇਹਦੀ ਭੈਣ ਹੋ ਸਕਦੀ है ना, ਪ੍ਰਕਾਸ਼ ਇਹਦਾ, ਇੱਥੇ ਤਾਂ ਚਲੋ ਗੱਲ ਸੈੱਟ ਬਹਿ ਗਈ ਸੀਗੀ। ਬਟ ਤੁਸੀਂ ਯਾਦ ਰੱਖਣਾ ਜਦੋਂ ਇਹੋ ਜਿਹੇ ਕੁਐਸਚਨ ਆਉਂਦੇ ਨੇ ਨਾ ਬੀ ਸੀ ਐਮ ਐਮ ਐਲ ਵਾਲੇ, ਇਹਦੇ ਵਿੱਚ ਜਿੰਨੇ ਵੀ ਜਣੇ ਦਿੱਤੇ ਹੁੰਦੇ ਆ ਨਾ ਉਹਨਾਂ ਨੂੰ ਹੀ ਰੱਖਣਾ ਹੁੰਦਾ ਹੈ, ਸੈੱਟ ਕਰਨਾ ਹੁੰਦਾ ਹੈ ਉਹਨਾਂ ਨੂੰ, ਬਸ ਇੰਨੀ ਗੱਲ ਧਿਆਨ ਰੱਖਣਾ। ਬਟ ਜਦੋਂ ਐਵੇਂ ਕੁਐਸਚਨ ਆਉਂਦਾ ਨਾ ਇੱਕ ਫੋਟੋ ਦੀ ओर ਇਸ਼ਾਰਾ ਕਰਦੇ ਹੋਏ, ਏ ਨੇ ਬੀ ਵੱਲ ਇਸ਼ਾਰਾ ਕਰਦੇ ਹੋਏ ਇਹ ਕਿਹਾ ਕਿ ਉਹਦੀ ਬੇਟੀ ਦੇ ਪੁੱਤਰ ਦੀ ਚਾਚੀ, ਐਵੇਂ ਦੀ ਗੱਲਾਂ ਆਉਂਦੀਆਂ, ਉਦੋਂ ਆਪਾਂ ਨੂੰ ਦਿਮਾਗ 'ਚ ਇਹ ਕਨਫਿਊਜ਼ਿੰਗ ਪਾਉਣੀ ਹੈ ਜਾਣ ਕਰਕੇ ਕਿ ਯਾਰ ਉਹਨੇ ਇਕਲੌਤਾ ਨਹੀਂ ਕਿਹਾ। ਬਟ ਇਹੋ ਜਿਹੇ ਜਦੋਂ ਕੁਐਸਚਨ ਆਉਂਦੇ ਨੇ ਤੇ ਇਹੋ ਜਿਹੇ ਕੁਐਸਚਨਾਂ ਵਿੱਚ ਤੁਹਾਨੂੰ ਨਹੀਂ ਸੋਚਣਾ, ਕਿਉਂ? ਕਿਉਂਕਿ ਜਿੰਨੇ ਬੰਦੇ ਦੇ ਰੱਖੇ ਨੇ ਬਸ ਉਹਨਾਂ ਨੂੰ ਸੈੱਟ ਕਰਨਾ ਹੁੰਦਾ ਹੈ। ठीक है जी, हाँ जी अगला क्वेश्चन करो सारे जने, 5वां नंबर फटाफट। फटाफट डायग्राम बनाओ। जे इज सिस्टर ऑफ टी, जे टी दी भैन है। आ लो जी, जे किहदी भैन है, टी दी। टी दा विआह डी नाल होया है, टी दा विआह डी नाल होया है। हुण आपां ये नहीं कह सकते कि टी कुड़ी है तो डी मुंडा है, इन्ना पता लग गया कि इन्हां दे विच की है, पति पत्नी दा रिलेशन है। अगे टी दा विआह डी नाल होया है, डी दा पिता आर है, डी दा पिता की है, आर। अगे एम एच दा बेटा है,
ਇੱਥੇ ਕਿਤੇ ਵੀ ਹੈ ਨਹੀਂ। ਅੱਗੇ ਚੱਲੋ। ਟੀ ਐਚ ਦੀ ਸੱਸ ਹੈ, ਟੀ ਐਚ ਦੀ ਸੱਸ ਹੈ। ਹੁਣ ਦੇਖੋ ਟੀ ਕਿਹਦੀ ਸੱਸ ਹੈ? ਐਚ ਦੀ। ਇਹਦਾ ਮਤਲਬ ਇਹ ਕੁੜੀ ਹੋਈ। ਜੇ ਆ ਕੁੜੀ ਹੋਈ ਤੇ ਇਹ ਕੀ ਹੋਇਆ? ਬੰਦਾ। ਗੱਲ ਖਤਮ, ਕਿਉਂਕਿ ਪਤੀ ਪਤਨੀ ਸੀਗੇ। ਔਰ ਟੀ ਐਚ ਦੀ ਸੱਸ ਹੈ, ਇਹਦਾ ਮਤਲਬ ਇਹਦਾ ਇੱਕ ਬੇਟਾ ਹੋਏਗਾ, ਔਰ ਉਸ ਬੇਟੇ ਦੀ ਕੀ ਹੋਏਗੀ? ਘਰ ਵਾਲੀ। ਉਹੀ ਤਾਂ ਕਹੇਗੀ ਇਹਨੂੰ ਸੱਸ। ਇਹ ਸਾਰੀਆਂ ਗੱਲਾਂ ਮੈਂ ਸਮਝਾਇਆ ਸੀ ਨਾ, ਇਹ ਸਾਰੀਆਂ ਗੱਲਾਂ ਕੱਲ ਸਮਝਾਈਆਂ ਸੀ ਨਾ ਸਾਰਿਆਂ ਨੂੰ ਮੈਂ। ਸੱਸ ਕੀ ਹੈ, ਸਹੁਰਾ ਕੀ ਹੈ। ਅੱਗੇ ਚੱਲੋ। ਐਮ ਐਚ ਦਾ ਬੇਟਾ ਹੈ, ਐਮ ਜਿਹੜਾ ਹੈ ਉਹ ਐਚ ਦਾ ਬੇਟਾ ਹੈ, ਤੇ ਐਚ ਦੀ ਟੀ ਐਚ ਦੀ ਸੱਸ ਹੈ। ਠੀਕ ਹੈ ਜੀ, ਟੀ ਕਿਹਦੀ ਸੱਸ ਹੈ? ਐਚ ਦੀ। ਆ ਲਓ ਜੀ, ਇੱਥੇ ਐਚ ਆ ਗਿਆ। ਹੁਣ ਉਹਨੇ ਕੀ ਕਿਹਾ ਸੀ? ਐਮ ਐਚ ਦਾ ਬੇਟਾ ਹੈ। ਆ ਲਓ ਜੀ, ਐਮ ਕਿਹਦਾ ਬੇਟਾ ਹੈ? ਐਚ ਦਾ ਬੇਟਾ ਹੈ। ਆ ਲਓ ਨੈਕਸਟ। ਡੀ ਦਾ ਇੱਕੋ ਇੱਕ ਬੇਟਾ ਹੈ। ਉਹਨੇ ਕਿਹਾ ਡੀ ਦਾ ਇੱਕੋ ਇੱਕ ਬੇਟਾ ਹੈ, ਤੇ ਗੱਲ ਹੀ ਖਤਮ। ਆ ਰਿਹਾ ਜੀ। ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ, ਐਵੇਂ ਬੋਲੇਗਾ ਏਕ ਮਾਤਰ, ਇੱਕੋ ਇੱਕ ਬੋਲਿਆ ਨਾ। ਦੇਖੋ ਇਹਨੇ, ਅਰੇ ਬਈ ਇੰਨਾ ਕੁ ਗਿਆਨ ਹੈ ਕਿ ਪੇਪਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੀ ਪੁੱਛੇਗਾ, ਇਹ ਮੇਰਾ ਵਾਅਦਾ ਹੈ। ਡੀ ਦਾ ਇੱਕੋ ਇੱਕ ਬੇਟਾ ਹੈ ਅਤੇ ਕੋਈ ਬੇਟੀ ਨਹੀਂ ਹੈ। ਇਹਨੇ ਕਿਹਾ ਡੀ ਦਾ ਇੱਕੋ ਇੱਕ ਬੇਟਾ ਹੈ, ਕੋਈ ਬੇਟੀ ਨਹੀਂ ਹੈ, ਮਤਲਬ ਇਕੱਲਾ ਹੀ ਬੰਦਾ ਰਹਿ ਗਿਆ। ਅੱਗੇ ਚੱਲੋ ਜੀ। ਹੁਣ ਆਪਾਂ ਨੂੰ ਉਹਨੇ ਕੀ ਕਿਹਾ ਸੀ? ਐਮ ਐਚ ਦਾ ਬੇਟਾ ਹੈ, ਬਿਲਕੁਲ ਸਹੀ। ਟੀ ਐਚ ਦੀ ਸੱਸ ਹੈ, ਇਹ ਵੀ ਗੱਲ ਹੋ ਗਈ ਸੀ। ਡੀ ਦਾ ਇੱਕੋ ਇੱਕ ਬੇਟਾ ਹੈ, ਇਹ ਵੀ ਹੋ ਗਿਆ। ਉਹਦੀ ਕੋਈ ਬੇਟੀ ਨਹੀਂ ਹੈ, ਇਹ ਵੀ ਗੱਲ ਕਲੀਅਰ ਹੋ ਗਈ। ਗੌਰਵ ਜੀ ਕੀ ਕਹਿ ਰਹੇ ਨੇ? ਸਰ ਤੁਸੀਂ ਆਰ ਗਲਤ ਕਰਤਾ, ਆਰ ਮੁੰਡਾ ਹੈ ਡੀ ਦਾ। ਜੇ ਟੀ ਦੀ ਭੈਣ ਹੈ, ਡੀ ਦਾ ਪਿਤਾ ਆਰ ਹੈ। ਸਹੀ ਤਾਂ ਲਿਖਿਆ ਵੀ ਮੈਂ। ਗੌਰਵ ਸਿੰਗਲ ਧਿਆਨ ਨਾਲ ਦੇਖੋ, ਹੁਣ ਇਹਦੇ ਵਾਸਤੇ ਰਿਪੀਟ ਕਰਨਾ ਪਏ ਗੌਰਵ ਵਾਸਤੇ। ਇੰਗਲਿਸ਼ ਦੇ ਵਿੱਚ ਹੋ ਸਕਦਾ ਹੈ ਥੋੜਾ ਬਹੁਤ ਕਨਫਿਊਜ਼ਿੰਗ ਹੋਵੇ। ਡੀ ਇਜ਼ ਫਾਦਰ ਆਫ ਆਰ। ਠੀਕ ਹੈ, ਆਪਾਂ ਗੌਰਵ ਸਿੰਗਲ ਨੇ ਇੰਗਲਿਸ਼ ਵਾਲਾ ਵਰਡ ਪੜਿਆ ਵੀ। ਇੰਗਲਿਸ਼ ਵਾਲੇ ਵਰਡ ਦੇ ਵਿੱਚ ਡੀ ਇਜ਼ ਫਾਦਰ ਆਫ ਆਰ, ਯਾਨੀ ਡੀ ਜਿਹੜਾ ਹੈ ਉਹ ਫਾਦਰ ਹੈ ਕਿਹਦਾ? ਆਰ ਦਾ, ਹੈ ਨਾ। ਹਾਂ ਬਿਲਕੁਲ ਗੌਰਵ, ਇੰਗਲਿਸ਼ ਦੇ ਵਿੱਚ ਇਹ ਗੱਲ ਸਹੀ ਹੈ, ਬਟ ਪੰਜਾਬੀ ਦੇ ਵਿੱਚ ਇਹ ਲਿਖਿਆ ਹੈ ਕਿ ਡੀ ਦਾ ਪਿਤਾ ਕੀ ਹੈ? ਆਰ ਹੈ ਨਾ। ਚਲੋ ਇੱਕ ਕੰਮ ਕਰਦੇ ਹਾਂ ਆਪਾਂ, ਇੰਗਲਿਸ਼ ਵਾਲੇ ਨੂੰ ਹੀ ਇੱਥੇ ਕੰਪਲੀਟ ਕਰ ਦਿੰਦੇ ਹਾਂ। ਠੀਕ ਹੈ, ਫਿਰ ਇੱਕ ਹੀ ਗੱਲ ਮੰਨਾਂਗੇ। ਚਲੋ ਸਾਰਾ ਕੁਐਸਚਨ ਆਪਾਂ ਇੱਕ ਵਾਰੀ ਰਿਵਾਈਜ਼, ਜਾਂ ਇੱਕ ਕੰਮ ਕਰੋ, ਇਹਨੂੰ ਕੁਛ ਨਾ ਕਰੋ, ਇਹਨੂੰ ਐਵੇਂ ਰਹਿਣ ਦਿਓ ਜਿਹੜਾ ਮੈਂ ਲਿਖਿਆ ਨਾ ਵਾਲਾ। ਤੁਸੀਂ ਇਹ ਮੰਨ ਲਓ ਵੀ ਇੱਥੇ ਆਰ ਲਿਖਿਆ ਹੋਇਆ ਹੈ ਔਰ ਇੱਥੇ ਕੀ ਲਿਖਿਆ ਹੋਇਆ? ਡੀ। ਇਹ ਛੋਟੀ ਛੋਟੀ ਗਲਤੀਆਂ ਹੋ ਜਾਂਦੀਆਂ ਵੀ ਗਾਈਜ਼। ਠੀਕ ਹੈ ਜੀ, ਡੀ ਦਾ ਪਿਤਾ ਕੀ ਹੈ? ਆਰ ਹੈ। ਬਾਕੀ ਸਾਰਾ ਕੁਝ ਕੰਪਲੀਟ ਹੈ ਨਾ। ਐਮ ਐਚ ਦਾ ਬੇਟਾ ਹੈ, ਬਿਲਕੁਲ। ਉਸ ਤੋਂ ਬਾਅਦ ਉਹਨੇ ਕੀ ਕਿਹਾ? ਐਚ ਦੀ ਸੱਸ ਹੈ ਕੌਣ? ਟੀ। ਬਿਲਕੁਲ ਜੀ, ਇਹ ਵੀ ਗੱਲ ਹੋ ਗਈ। ਫਿਰ ਉਹਨੇ ਕੀ ਕਿਹਾ? ਡੀ ਦਾ ਇੱਕੋ ਇੱਕ ਬੇਟਾ ਹੈ, ਇਹ ਵੀ ਗੱਲ ਸਹੀ ਹੋ ਗਈ। ਇਹਦੀ ਕੋਈ ਬੇਟੀ ਮਤਲਬ ਭੈਣ ਨਹੀਂ ਗੀ। ਜੇ ਦਾ ਵਿਆਹ ਬੀ ਨਾਲ ਹੋਇਆ ਹੈ। ਜੇ ਦਾ ਵਿਆਹ ਕਿਹਦੇ ਨਾਲ ਹੋਇਆ ਹੈ? ਬੀ ਨਾਲ। ਆ ਲਓ ਜੀ। ਕਲੀਅਰ। ਅੱਗੇ ਚੱਲੋ। ਜੇ ਦਾ ਵਿਆਹ ਬੀ ਨਾਲ ਹੋਇਆ ਹੈ, ਫਿਰ ਉਹਨੇ ਕੀ ਕਿਹਾ? ਐਲ ਬੀ ਦੀ ਧੀ ਹੈ। ਐਲ ਜਿਹੜੀ ਹੈ ਉਹ ਬੀ ਦੀ ਧੀ ਹੈ। ਆ ਲਓ ਜੀ, ਐਲ ਜਿਹੜੀ ਹੈ ਉਹ ਬੀ ਦੀ ਕੀ ਹੋ ਗਈ? ਧੀ। ਇਹੀ ਡਾਇਗਰਾਮ ਬਣਿਆ ਸਾਰਿਆਂ ਦਾ। ਜੇ ਮੈਂ ਇਹਨੂੰ ਐਵੇਂ ਲਿਖਦਾ, ਆਹ ਵਾਲੀ ਗੱਲ ਸਾਰੀ ਸਹੀ ਹੈ। ਬਸ ਤੁਹਾਨੂੰ ਆਹੀ ਦੇਖਣਾ ਹੈ, ਬਸ ਹੋਰ ਕੁਝ ਨਹੀਂ ਦੇਖਣਾ। ਇਹਨੂੰ ਮੈਂ ਆ ਲਿਖਤਾ, ਡੀ ਦਾ ਪਿਤਾ ਆਰ ਹੈ, ਤਾਂ ਡੀ ਦਾ ਪਿਤਾ ਕੀ ਹੈ? ਆਰ ਹੈ। ਇਜ਼ ਦੈਟ ਕਲੀਅਰ? ਸਾਰੇ ਜਣੇ ਦੱਸੋ ਡਾਇਗਰਾਮ ਇਹੀ ਬਣਿਆ ਕਿ ਨਹੀਂ ਬਣਿਆ ਸਾਰਿਆਂ ਦਾ? ਫਟਾਫਟ ਦੱਸੋ ਸਾਰੇ ਜਣੇ।
ਉਹ ਇੱਕ ਹੀ ਗੱਲ ਹੈ ਪਰਵਿੰਦਰ, ਜੇ ਤੁਸੀਂ ਇਸ ਚੀਜ਼ ਨੂੰ ਐਵੇਂ ਵੀ ਬਣਾਉਂਗੇ ਨਾ ਤਾਂ ਵੀ ਗਲਤ ਨਹੀਂ ਹੁੰਦਾ। ਥੋੜਾ ਬਹੁਤ ਦਿਮਾਗ ਲਾਓ ਵੀ ਐਚ ਇਹਦੀ ਘਰ ਵਾਲੀ ਹੈ ਨਾ, ਐਚ ਇਹਦੀ ਘਰ ਵਾਲੀ ਹੈ, ਤੁਸੀਂ ਐਵੇਂ ਕਹਿ ਦਿਓ ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ? ਹੁਣ ਐਚ ਦਾ ਜਿਹੜਾ ਮੁੰਡਾ ਹੈ ਉਹ ਤਾਂ ਇਹ ਐਮ ਹੀ ਰਹੇਗਾ ਨਾ। ਇਹੋ ਜਿਹੇ ਕਨਫਿਊਜ਼ਿੰਗਾਂ ਕਦੀ ਨਾ ਦਿਮਾਗ 'ਚ ਪਾਓ। ਉਹ ਚਾਹੇ ਡਾਇਗਰਾਮ ਇੱਧਰ ਬਣਾ ਲਓ ਭਾਵੇਂ ਇੱਧਰ ਬਣਾ ਲਓ। ਹੁਣ ਤੁਸੀਂ ਕਹਿ ਰਹੇ ਹੋ ਸਰ ਮੈਂ ਐਚ ਟੀ ਦੇ ਥੱਲੇ ਲੱਗਤਾ, ਫਿਰ ਕੀ ਹੋ ਗਿਆ? ਕੋਈ ਦਿੱਕਤ ਨਹੀਂ। ਚਲੋ ਜੀ, ਇੰਨੀ ਗੱਲ ਸਾਰਿਆਂ ਨੂੰ ਕਲੀਅਰ ਹੋ ਗਈ ਨਾ? ਬਸ ਇੱਕ ਆਰ ਔਰ ਡੀ ਵਾਲੀ ਚੱਕਰ ਪੈ ਰਿਹਾ ਸੀ, ਬਾਕੀ ਸਾਰਾ ਕੰਪਲੀਟ ਕਰਤਾ ਮੈਂ, ਠੀਕ ਹੈ ਨਾ, ਤੁਹਾਨੂੰ ਦੱਸ ਦਿੱਤਾ। ਠੀਕ ਹੈ ਉਹ ਨੋਟ ਪਜ਼ਲ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ। ਪਹਿਲਾ ਕੁਐਸਚਨ ਕੀ ਪੁੱਛਿਆ? ਐਲ ਦਾ ਟੀ ਨਾਲ ਕੀ ਸੰਬੰਧ ਹੈ? ਐਲ ਕਿੱਥੇ ਹੈ? ਆ ਰਿਹਾ। ਐਲ ਦਾ ਟੀ ਨਾਲ ਕੀ ਸੰਬੰਧ ਹੈ? ਦੇਖੋ ਤੁਹਾਨੂੰ ਪਤਾ ਹੈ ਨਾ ਐਲ ਦਾ ਟੀ ਨਾਲ ਕੀ ਸੰਬੰਧ ਹੈ? ਸਾਫ਼ ਹੀ ਕਹਿਤਾ। ਐਲ ਦਾ ਟੀ ਨਾਲ ਕੀ ਸੰਬੰਧ ਹੈ ਮਤਲਬ ਟੀ ਐਲ ਨੂੰ ਕੀ ਕਹੇਗਾ? ਤਾਂ ਦੇਖੋ ਆ ਰਿਹਾ ਮੈਂ, ਤੁਸੀਂ ਸਿਰਫ ਟੀ ਔਰ ਐਲ ਨੂੰ ਫੜੋ ਬਸ। ਤੁਸੀਂ ਥੱਲੇ ਚੱਲੋ, ਇਸ ਥਾਂ ਚੱਲੋ। ਇਹ ਇਹਨੂੰ ਕਹੇਗਾ ਪਾਪਾ, ਐਲ ਇਹਨੂੰ ਕੀ ਕਹੇਗਾ? ਪਾਪਾ। ਇਹਨੂੰ ਕੀ ਬੋਲੇਗਾ? ਪਾਪਾ ਦੀ ਘਰ ਵਾਲੀ ਮੰਮੀ ਦੀ ਭੈਣ ਕੀ ਲੱਗੀ? ਮਾਸੀ। ਯਾਨੀ ਕਹਿਣ ਦਾ ਮਤਲਬ ਹੈ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣਾ ਜਿਹੜਾ ਰਿਲੇਸ਼ਨ ਬਣਿਆ ਨਾ ਉਹ ਬਣਿਆ ਕਿਹੜਾ ਹੈ? ਮਾਸੀ ਤੇ ਭਾਣਜੀ ਵਾਲਾ ਬਣਿਆ ਨਾ। ਬਟ ਉੱਤਰ ਦੋਨਾਂ ਚੋਂ ਕੋਈ ਇੱਕ ਆਏਗਾ। ਤਾਂ ਆਪਾਂ ਨੂੰ ਪਤਾ ਹੈ ਟੀ ਐਲ ਨੂੰ ਕੀ ਕਹੇਗਾ? ਇਹੀ ਪੁੱਛਿਆ ਨਾ। ਇਹਦਾ ਮਤਲਬ ਹੈ ਟੀ ਤੇ ਮੇਰੀ ਮਾਸੀ ਹੈ, ਤੇ ਮਾਸੀ ਕੀ ਕਹੇਗੀ ਇਹਨੂੰ? ਭਾਣਜੀ ਕਹੇਗੀ ਕਿ ਨਹੀਂ ਕਹੇਗੀ? ਤਾਂ ਮੇਰਾ ਆਨਸਰ ਕੀ ਆਏਗਾ? ਭਾਣਜੀ। ਬਹੁਤ ਵਧੀਆ। ਹੁਣ ਦੇਖੋ ਆਪਸ਼ਨ ਦੇ ਵਿੱਚ ਮਾਸੀ ਵੀ ਪਿਆ ਹੋਏਗਾ, ਬਟ ਤੁਹਾਡਾ ਉੱਤਰ ਮਾਸੀ ਨਹੀਂ ਹੋਏਗਾ। ਨੈਕਸਟ, ਐਮ ਡੀ ਨਾਲ ਕਿਵੇਂ ਸੰਬੰਧਿਤ ਹੈ? ਐਮ ਡੀ ਨਾਲ ਕਿਵੇਂ ਸੰਬੰਧਿਤ ਹੈ? ਦੇਖੋ ਆ ਰਿਹਾ ਐਮ ਇਹਨੂੰ ਕੀ ਕਹੇਗਾ? ਦੇਖੋ ਆਪਾਂ ਨੋਰਮਲ ਦੇਖੀਏ, ਐਮ ਇਹਨੂੰ ਕੀ ਕਹੇਗਾ? ਪਾਪਾ ਦਾ ਬੇਟਾ, ਪਾਪਾ ਦਾ ਪਾਪਾ, ਤੇ ਪਾਪਾ ਦੇ ਪਾਪਾ ਨੂੰ ਕੀ ਕਹੇਗਾ? ਦਾਦਾ। ਆ ਲਓ ਜੀ, ਉਹਨੇ ਹੁਣ ਕੀ ਕਿਹਾ? ਐਮ ਡੀ ਨਾਲ, ਯਾਨੀ ਡੀ ਐਮ ਨੂੰ ਕੀ ਕਹੇਗਾ? ਇਹਦਾ ਮਤਲਬ ਇਹ ਹੈ। ਤੇ ਡੀ ਐਮ ਨੂੰ ਕੀ ਕਹੇਗਾ? ਪੋਤਾ। ਕੀ ਕਹੇਗਾ? ਪੋਤਾ। ਆ ਲਓ ਜੀ, ਹਾਂਜੀ, ਗ੍ਰੈਂਡਸਨ। ਨੈਕਸਟ, ਜੇ ਦਾ ਆਰ ਨਾਲ ਕੀ ਸੰਬੰਧ ਹੈ? ਜੇ ਦਾ ਆਰ ਨਾਲ ਕੀ ਸੰਬੰਧ ਹੈ? ਜੇ ਦਾ ਆਰ ਨਾਲ, ਹੁਣ ਦੇਖੋ ਧਿਆਨ ਨਾਲ ਦੇਖਿਓ, ਆਰ ਨਾਲ ਮਤਲਬ ਆਰ ਜੇ ਨੂੰ ਕੀ ਕਹੇਗਾ? ਆਪਾਂ ਇੱਥੋਂ ਚੱਲਦੇ ਹਾਂ। ਆ ਮੈਂ, ਆ ਮੇਰੀ ਭੈਣ, ਆ ਮੇਰੀ ਭੈਣ ਦਾ ਘਰ ਵਾਲਾ, ਯਾਨੀ ਮੇਰਾ ਲੱਗਿਆ ਜੀਜਾ। ਹੁਣ ਜੀਜੇ ਦੀ ਇਹ ਕੌਣ ਹੈ? ਜੀਜੇ ਦਾ ਪਾਪਾ ਹੈ। ਜੀਜੇ ਦਾ ਕੀ ਹੈ? ਪਾਪਾ। ਤਾਂ ਆਪਾਂ ਨੂੰ ਪਤਾ ਹੈ ਕਿ ਮੈਂ ਜੀਜੇ ਦੇ ਪਾਪਾ ਨੂੰ ਕੀ ਬੋਲੂੰਗਾ? ਆਪਣੀ ਭਾਸ਼ਾ ਵਿੱਚ ਤਾਂ ਆਪਾਂ ਬੋਲਦੇ ਹਾਂ ਪੰਜਾਬੀ ਵਾਲੀ ਭਾਸ਼ਾ ਵਿੱਚ ਮਾਸੜ, ਹਨਾ। ਕੀ ਬੋਲਦੇ ਹਾਂ ਆਪਾਂ? ਮੋਸਾ ਜੀ, ਮਾਸੜ ਬੋਲ ਦਿੰਦੇ ਹਾਂ ਆਪਾਂ। ਯੈਸ ਜਾਂ ਨੋ? ਤੇ ਮਾਸੜ ਕੀ ਕਹਿੰਦਾ ਹੈ? ਮਾਸੜ ਵੀ ਆਪਾਂ ਨੂੰ ਬੇਟਾ ਬੇਟੀ ਕਹੇਗਾ। ਲੇਕਿਨ ਅਕੋਰਡਿੰਗ ਟੂ ਕੁਐਸਚਨ ਦੇਖਿਆ ਜਾਵੇ ਆਰ ਜੇ ਨੂੰ ਕੀ ਕਹੇਗਾ? ਤਾਂ ਆਪਾਂ ਇਹੀ ਕਹਿਣਾ ਹੈ ਕਿ ਆਰ ਜੇ ਨੂੰ ਪਤਾ ਕੀ ਕਹੇਗਾ? ਸੁਣੀ ਚੱਲਿਓ, ਆਰ ਕਹੇਗਾ, ਆਰ ਜੇ ਨੂੰ ਕੀ ਕਹੇਗਾ? ਸੁਣੀ ਚੱਲੋ ਸਾਰੇ ਜਣੇ। ਆਪਦੀ ਨੂੰਹ ਦੀ ਭੈਣ, ਇਹ ਕਹੇਗਾ ਆਪਦੀ ਨੂੰਹ ਦੀ ਭੈਣ। ਇੱਕ ਤਾਂ ਆ ਕਹਿ ਸਕਦਾ ਹੈ, ਉੱਤਰ ਇਹਦਾ ਆ ਸਕਦਾ ਹੈ ਕਿ ਆਪਦੇ ਜਿਹੜੀ ਨੂੰਹ ਹੋਏਗੀ, ਉਹਦੀ ਜਿਹੜੀ ਬਹੂ ਹੋਏਗੀ ਉਹਦੀ ਭੈਣ ਹੈ। ਯਾਨੀ ਆਰ ਜੇ ਨੂੰ ਕੀ ਕਹੇਗਾ? ਆਪਦੀ ਨੂੰਹ ਦੀ ਭੈਣ। ਜਾਂ ਕਹਿ ਸਕਦਾ ਹੈ ਆਰ ਕੀ? ਆਪਦੇ ਬੇਟੇ ਦੀ ਸਾਲੀ, ਆਪਦੇ ਬੇਟੇ ਦੀ ਸਾਲੀ, ਇਹ ਵੀ ਕਹਿ ਸਕਦਾ ਹੈ। ਤੀਜਾ ਕੀ ਕਹਿ ਸਕਦਾ ਹੈ? ਆਪਦੇ ਪੁੱਤਰ ਵਧੂ ਦੀ ਭੈਣ, ਆਪਦੇ ਪੁੱਤਰ ਵਧੂ ਦੀ ਭੈਣ। ਔਰ ਜੇ ਇਹ ਵੀ ਹੈ ਨਹੀਂ ਆਪਸ਼ਨ 'ਚ, ਫਿਰ ਤੁਹਾਡਾ ਆਨਸਰ ਸਹੀ ਹੈ। ਕੀ ਕਹੇਗਾ? ਬੇਟੀ। ਤੇ ਇਹ ਜਿਹੜੀ ਬੇਟੀ ਹੈ ਇਹਨੂੰ ਕੀ ਕਹੇਗੀ? ਮਾਸੜ। ਬਟ ਮਾਸੜ ਆਪਸ਼ਨ 'ਚ ਤੁਹਾਨੂੰ ਨਹੀਂ ਮਿਲੇਗਾ। ਕੀ ਮਿਲੇਗਾ? ਅੰਕਲ। ਕੀ ਮਿਲੇਗਾ? ਅੰਕਲ। ਬਹੁਤ ਵਧੀਆ। ਨੈਕਸਟ ਹੈ, ਜੇ ਦਾ ਆਰ ਨਾਲ ਕੀ ਸੰਬੰਧ ਹੈ? ਮਤਲਬ ਆਰ ਜੇ ਨੂੰ ਕੀ ਕਹੇਗਾ? ਹਾਂ, ਇਹ ਤਾਂ ਗੱਲ ਦੱਸਤੀ ਨਾ ਤੁਹਾਨੂੰ ਮੈਂ। ਠੀਕ ਹੈ ਜੀ, ਤਾਂ ਦੱਸੋ ਵੀ ਅੱਜ ਵਾਲਾ ਸੈਸ਼ਨ ਤੁਹਾਨੂੰ ਕਿਹੋ ਜਿਹਾ ਲੱਗਿਆ? ਸਾਰਿਆਂ ਨੂੰ ਜਿੰਨਾ ਵੀ ਤੁਹਾਨੂੰ ਮੈਂ ਸਿਖਾਇਆ ਉਹ ਤੁਹਾਨੂੰ ਸਾਰਿਆਂ ਨੂੰ ਸਮਝ ਵਿੱਚ ਆ ਗਿਆ ਨਾ?
ठीक है जी। हुण तुहाडे वास्ते रिपीट मैं एक काम करदा तुहाडे वास्ते सारिਆਂ वास्ते, जे ਆਪਾਂ ਇਹ ਸੋਚਦੇ ਹਾਂ ਕਿ ਸਰ ਇੱਥੇ ਇਹੀ ਲਿਖਿਆ ਹੁੰਦਾ ਡੀ ਇਜ਼ ਫਾਦਰ ਆਫ ਆਰ, ਯਾਨੀ ਡੀ ਪਿਤਾ ਹੈ ਕਿਹਦਾ, ਆਰ ਦਾ। ਡੀ ਪਿਤਾ ਹੈ ਕਿਹਦਾ, ਆਰ ਦਾ, ਇਹ ਲਿਖਿਆ ਹੁੰਦਾ, ਫਿਰ ਇਸ ਕੁਐਸਚਨ ਨੂੰ ਕਿਵੇਂ ਕਰਦੇ? नहीं जी गौरव टेंशन ना लो, मैं हजे जा नहीं रहा, मैं हजे जा नहीं रहा, टेंशन ना लो। आ देखो जे टी दी भैन है, आ लो जी, जे के दी भैन है टी दी, जे टी दी भैन है, टी दा विआह डी नाल होया है, आ लो जी, टी दा विआह किहदे नाल होया है, डी नाल होया है। फिर उन्हें क्या, डी इज फादर ऑफ आर, यानी डी पिता है किहदा, आर दा, आ लो जी, डी पिता किहदा है, हाँ जी बिल्कुल लवप्रीत सिंह, डी आर का पिता हो गया तो ए दी घर वाली होगी। अगे चलो, एम एच का बेटा है अपने को नहीं है, टी एच की सस है, टी एच की सस है, यदा मतलब एदा टी एच की सस यानी एदी घर वाली हुई, और ए की होया एदा मुंडा। अगे चलो जी, टी एच की सस है, नैक्सट टी एच की सस हो गई। फिर उन्हें क्या सी, एम एच का बेटा है, एम के दा बेटा है, एच का, आ लो जी, एम एच का बेटा है, टी एच की सस हो गई। डी का इक्को एक बेटा है, आ देखो डी का इक्को एक बेटा है, वही चीज़ बन रही है, बस थोड़ा चेंज हो गया डायग्राम। डी का इक्को एक बेटा है अते कोई बेटी नहीं है, ठीक है जी। जे का विआह बी नाल होया है, जे का विआह किहदे नाल होया है, बी नाल, ठीक है, जे का विआह बी नाल होया तो बी इहदा की होया, घर वाला। अगे चलो नैक्सट, जे का विआह बी नाल होया है, और एल बी दी धी है, एल के दी धी है, बी दी। आई गल समझ सारिਆਂ ਨੂੰ, डायग्राम बन गया। हुण पहला क्वेश्चन की सीगा, एल दा टी नाल, मतलब टी एल नू की कहेगा, तो देखो टी एल नू सेम कंसैप्ट है, तुसी वही उत्तर आएगा डिटो। अगला उत्तर देखो, एम डी नाल, मतलब डी एम नू की कहेगा, डी एम नू की कहेगा, यही पूछा इन्हें, डी एम नू की कहेगा। आ देखो डी जेड़ा है ये एम नू की कहेगा, हुण देखो वही कंसैप्ट फिर आ गया, ये मैं आ, ये मेरी मम्मी है, मम्मी का घर वाला पापा लग्या, पापा का पापा की लग्या, दादा, तो डी एम नू की कहेगा, पोता, आपा भी की क्या सी, पोता। जे दा आर नाल की संबंध है, जे दा आर नाल, हुण देखो जे दा आर नाल की संबंध है, बस इत्थे ही फर्क पिया, बस थोड़ा जा। आर इनू की कहेगा, पापा, पापा दी घर वाली मम्मी, मम्मी दी भैन मासी, आर जे नू की कहेगा, मासी, बस इत्थे इन्ना ही फर्क पिया, इत्थे जिहड़ा आंसर है वो की आएगा, मासी, की आएगा, मासी, उस क्वेश्चन के अकॉर्डिंग, ठीक है जी। आई होप कि तुहानू 5 क्वेश्चन बहुत वधिया तरीके नाल, मैं इस करके 5 क्वेश्चन लेके आया सी कि अज का दिन आपां होर रिहर्सल ते करिए, ते कल तो मैं हुण टाइम नहीं दूंगा, ध्यान रखना, कल अपना स्टैप नंबर दूजा ते तीजा कंप्लीट हो जाएगा, क्योंकि जे तुसी ध्यान नाल सीखिया है पहला स्टैप, तुसी दूजा और तीजा बहुत ही आराम नाल कर लोगे, ये मेरा वादा है, ठीक है ना। और कुछ की है कि मैं खुद पीपीडीज तैयार कर रहा वहाँ, ਜਿਹੜਾ मैं बंदा रखा होया वो एट प्रजेंट बाहर है, और मैं एट प्रजेंट घरे आया होया, घरों तुहाडियां क्लासां ले रहा, क्योंकि मैं मेरी थोड़ी जी तबीयत खराब सीगी, मैनू थोड़ा जिहा डाउट होया, इस करके मैं घरे आ गया, ठीक है ना, क्योंकि मेरा गला खराब है, तुहानू सारिਆਂ ਨੂੰ पता है। हाँ जी गौरव जी, एक मैं एप्लीकेशन तैयार की है, वो मैं हाई अथॉरिटी नाल गल कर लूँगा, जे उस ते मैनू परमिशन देणगे तो तुहाडी सारिਆਂ दी आपां टैस्ट उस ते ले लिया करांगे, ठीक है ना। तो आपां अज 5 क्वेश्चन कीते ने, आपां हुण पता कल तुहानू तुसीं देख के कहोगे सर वैरी गुड, आ देखो ध्यान नाल, कल आपां इहो जिहे क्वेश्चन करन वाले हां, आ देखो इहो जिहे क्वेश्चन करन वाले हां आपां कल, ठीक है ना। सो वेट एंड वॉच, मिलते हैं आपां एक नवे सैशन दे विच, अदों तक लई तुहानू सारिਆਂ ਨੂੰ सत श्री अकाल और रब राखा, शब्बा खैर, और तुसी सारे जने बी पॉजिटिव रहो। पॉजिटिव का मतलब उवें नहीं, बी पॉजिटिव मतलब वास्तविकता दे विच जियो, कोई भी चीज़ नू कंपैरिजन ना करो, सिर्फ इन्ना सीखो कि तुहानू जिहड़ा मिल रहा है वो बेस्ट मिल रहा है और वो पेपर दे वास्ते इंपॉर्टेंट है, बस, ठीक है ना।
थैंक यू ऑल ऑफ यू, थैंक यू। थैंक यू, थैंक यू। अच्छा बच्चों एक गल दसो, कल 3 मिनट की एक छोटा जा मोटिवेशन वीडियो है मेरे कोले, मेरे खुद द्वारा बनाया गया है कि तुसी सारे जने सुनना चाहते हो। सिर्फ 3 मिनट का वीडियो है मेरे हिसाब ना 250, हाँ 3 मिनट का होएगा। दसो सारे जने जे तुसी सुनना चाहते हो तो कल आपां वीडियो के लास्ट दे विच आपां सुन लांगे। मैं हाई अथॉरिटी नाल गल कर लांगा, पुछ लांगा उन्होंने भी मैं दिखा सकदा कि नहीं, ठीक है ना। थैंक यू ऑल ऑफ यू। ओके। हाँ जी तरुण जी, मेरी सेहत बिल्कुल सही है। मैनू बस डाउट सीगा, इस करके मैं मेरे दोस्तों को उत्थे नहीं रुकिया, फ्रेंड सर्किल दे विच मैं आ गया। ठीक है ना, नो टेंशन। अरे तुहाडे सारिਆਂ दी दुआवां मेरे नाल है, नो टेंशन। ओके, गुड नाइट ऑल ऑफ यू, थैंक यू। कदों खानी रोटी? हो गया लेक्चर खत्म? अरे प्यार